Hi everyone, this is Lalima Sharma and you guys are watching Can't Punjab. Well, इस समय पंजाबी इंडस्ट्री ਦੇ ਵਿੱਚ ਬਹੁਤ ਜ਼ਿਆਦਾ ਕੰਟੈਂਟ ਆ ਰਿਹਾ ਹੈ ਐਂਡ ਆਮ ਹੈਪੀ ਕਿ ਇੱਥੇ OTT ਕੰਟੈਂਟ ਵੀ ਆ ਰਿਹਾ ਹੈ ਐਂਡ ਮੋਸਟ ਇੰਪੋਰਟੈਂਟਲੀ ਰਿਚ ਕੰਟੈਂਟ ਰਿਲੀਜ਼ ਹੋ ਰਿਹਾ ਹੈ ਸੋ ਹਜੇ ਹਾਲ ਫਿਲਹਾਲ ਪਲੀਜ਼ ਕਿਲ ਮੀ ਜੋ ਫਿਲਮ ਹੈ OTT ਦੇ ਉੱਤੇ ਰਿਲੀਜ਼ ਹੋਈ ਤੇ ਪਲੀਜ਼ ਕਿਲ ਮੀ ਦੇ ਡਾਇਰੈਕਟਰ ਹੀ ਮੇਰੇ ਨਾਲ ਅੱਜ ਬੈਠੇ ਨੇ ਤੇ ਉਹਨਾਂ ਨਾਲ ਕੁਝ ਖਾਸ ਗੱਲਬਾਤ ਕਰਦੇ ਹਾਂ ਤੇ ਇਸ ਫਿਲਮ ਦੇ ਬਾਰੇ ਵੀ ਗੱਲਬਾਤ ਕਰਾਂਗੇ ਐਂਡ ਉਹਨਾਂ ਦੀ ਡਾਇਰੈਕਸ਼ਨ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਸੋ ਵੈਲਕਮ ਕਰਦੇ ਹਾਂ ਪ੍ਰੇਮ ਸਿੰਘ ਸਿੱਧੂ ਦਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ ਤੁਸੀਂ? ਮੈਂ ਠੀਕ ਹਾਂ ਜੀ। ਪਲੀਜ਼ ਕਿਲ ਮੀ ਦੀ ਸਕਸੈਸ ਇੰਜੋਏ ਕਰ ਰਹੇ ਹੋ? ਹਾਂਜੀ ਬਿਲਕੁਲ। ਜਿਹੜੀ ਐਪਰੀਸੀਏਸ਼ਨ ਮਿਲ ਰਹੀ ਹੈ ਵਧੀਆ ਲੱਗ ਰਿਹਾ ਹੋਵੇਗਾ ਕਿ ਹਾਂ ਜੋ ਚਾਹੁੰਦੇ ਸੀ ਉਹ ਮਿਲ ਰਿਹਾ ਹੈ। ਹਾਂਜੀ ਹਾਂ ਬਹੁਤ ਚੰਗਾ ਲੱਗਦਾ ਜੀ ਜਦੋਂ ਤੁਸੀਂ ਕੋਈ ਕੰਮ ਕੀਤਾ ਹੁੰਦਾ ਉਹਦੀ ਐਪਰੀਸੀਏਸ਼ਨ ਮਿਲਦੀ ਹੈ ਜੀ ਹਮੇਸ਼ਾ ਨਾ ਪੰਜਾਬੀ ਇੰਡਸਟਰੀ ਦੇ ਵਿੱਚ ਆਫ ਕੋਰਸ ਹੁਣ ਆਫਟਰ ਪਲੀਜ਼ ਕਿਲ ਮੀ ਕਿਤੇ ਨਾ ਕਿਤੇ ਨਜ਼ਰੀਆ ਬਦਲਿਆ ਹੈ ਲੋਕਾਂ ਦਾ ਕਿਉਂਕਿ ਹਜੇ ਤੱਕ ਅਸੀਂ ਕਿਸ ਚੀਜ਼ਾਂ ਤੇ ਰਹਿ ਰਹੇ ਸੀਗੇ ਕਿ ਕਾਮੇਡੀ ਕਾਮੇਡੀ ਦੇ ਵਿੱਚ ਇਹ ਤੜਕਾ ਪਾ ਦਿਓ ਉਹ ਤੜਕਾ ਪਾ ਦਿਓ ਬਟ ਪਲੀਜ਼ ਕਿਲ ਮੀ ਦੇ ਨਾਲ ਕੁਝ ਨਾ ਕੁਝ ਚੀਜ਼ਾਂ ਚੇਂਜ ਹੋਈਆਂ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕੁਝ ਚੇਂਜ ਤੁਸੀਂ ਦੇਖ ਰਹੇ ਹੋ ਆਫਟਰ ਦ ਰਿਲੀਜ਼ਿੰਗ ਆਫ ਪਲੀਜ਼ ਕਿਲ ਮੀ? ਨਹੀਂ ਹਾਲੇ ਮਤਲਬ ਪਲੀਜ਼ ਕਿਲ ਮੀ ਦੇ ਜਿਹੜੇ ਇਫੈਕਟ ਹੈ ਉਹ ਤਾਂ ਬਾਹਰ ਆਉਣੇ ਹਲੇ ਬਾਕੀ ਹੈ ਕਿਉਂਕਿ ਕੁਝ ਦਿਨ ਹੀ ਹੋਏ ਨੇ ਫਿਲਮ ਰਿਲੀਜ਼ ਹੋਈ ਨੂੰ ਬਾਕੀ ਇਦਾਂ ਨਹੀਂ ਹੈ ਟਾਈਮ ਤੇ ਸਿਨੇਮੇ ਦੇ ਵਿੱਚ ਐਕਸਪੈਰੀਮੈਂਟ ਹੁੰਦੇ ਰਹੇ ਨੇ ਪੰਜਾਬੀ 'ਚ ਵੀ ਹੁੰਦੇ ਰਹੇ ਨੇ ਪਹਿਲਾਂ ਵੀ ਕੁਝ ਫਿਲਮਾਂ ਨੇ ਜਿਹੜੀਆਂ ਉਹ ਲੀਕ ਤੋਂ ਹਟਵੀਆਂ ਬਣੀਆਂ ਨੇ ਹਨਾ ਕੁਝ ਉਹਨਾਂ ਦੇ ਵਿੱਚੋਂ ਹਿੱਟ ਹੋਈਆਂ ਕੁਝ ਹਿੱਟ ਨਹੀਂ ਹੋ ਸਕੀਆਂ ਸੋ ਆਲਵੇਜ਼ ਜਿਹੜੇ ਮੇਕਰਸ ਨੇ ਉਹ ਕਰਦੇ ਰਹਿੰਦੇ ਨੇ ਐਫਰਟ ਕਿ ਕੁਝ ਨਾ ਕੁਝ ਨਵਾਂ ਕਰੀਏ ਬਟ ਚੇਂਜ ਹੋਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਸੋ ਮੈਨੂੰ ਲੱਗਦਾ ਕਿ ਸਾਡੀ ਫਿਲਮ ਵੀ ਉਹ ਚੇਂਜ ਕਰਨ ਦੇ ਵਿੱਚ ਥੋੜੀ ਬਹੁਤੀ ਭੂਮਿਕਾ ਨਿਭਾਊਗੀ ਜੀ। ਆਪਾਂ ਪਹਿਲਾਂ ਪਲੀਜ਼ ਕਿਲ ਮੀ ਬਾਰੇ ਹੀ ਗੱਲ ਕਰਾਂਗੇ ਆਫ ਕੋਰਸ ਕਿਉਂਕਿ ਜਿੱਥੇ ਮੈਂ ਪਹਿਲਾਂ ਜਗਜੀਤ ਸੰਧੂ ਨਾਲ ਵੀ ਗੱਲ ਕੀਤੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਦੌਰਾਨ ਇਹ ਪਤਾ ਚੱਲਿਆ ਕਿ ਕੁਝ ਚੀਜ਼ਾਂ ਜਿਹੜੀਆਂ ਪਲੀਜ਼ ਕਿਲ ਮੀ ਦੇ ਵਿੱਚ ਸੀਗੀਆਂ ਉਹ ਪਲਾਨਡ ਨਹੀਂ ਸੀਗੀਆਂ ਔਨ ਦ ਸਪੌਟ ਚੀਜ਼ਾਂ ਹੋਈਆਂ ਨੇ ਜਿੱਦਾਂ ਲਾਸਟ ਸੀਨ ਦੇ ਵਿੱਚ ਉਹ ਫਰਸਟ੍ਰੇਸ਼ਨ ਦੇ ਵਿੱਚ ਜਗਜੀਤ ਸੰਧੂ ਕੁੱਟਦੇ ਹੈ ਕਰਨਵੀਰ ਕੁੱਲਰ ਨੂੰ ਦੈਟ ਥਿੰਗ ਇਜ਼ ਨਾਟ ਪਲਾਨਡ ਸੋ ਉਹ ਪਲਾਨ ਨਹੀਂ ਹੈਗਾ ਔਨ ਦ ਸਪੌਟ ਚੀਜ਼ਾਂ ਕੀਤੀਆਂ ਗਈਆਂ ਨੇ ਸੋ ਕਿੰਨੀਆਂ ਕੁਝ ਚੀਜ਼ਾਂ ਜੋ ਹੈ ਪਲੀਜ਼ ਕਿਲ ਮੀ ਦੇ ਵਿੱਚ ਔਨ ਦ ਸੈੱਟ ਜਾ ਕੇ ਚੇਂਜ ਕੀਤੀਆਂ ਗਈਆਂ ਤੇ ਇਸ ਚੀਜ਼ ਨੂੰ ਕਿਵੇਂ ਤੁਸੀਂ ਐਗਜ਼ੀਕਿਊਟ ਕੀਤਾ ਹੈ? ਐਕਚੁਅਲੀ ਕੀ ਹੈ ਕਿ ਆਪਾਂ ਅਕਸਰ ਹੀ ਸੁਣਦੇ ਆ ਹਨਾ ਕਿ ਜਦੋਂ ਕੋਈ ਟੀਮ ਇੱਕ ਕੰਮ ਕਰ ਰਹੀ ਹੈ ਕਿ ਜਾਂ ਤਾਂ ਆਪਾਂ ਕਹਿੰਦੇ ਹੁੰਦੇ ਆ ਕਿ ਇਹਨਾਂ ਦਾ ਸੁਰ ਲੱਗ ਗਿਆ ਜਾਂ ਆਪਾਂ ਕਹਿੰਦੇ ਹੁੰਦੇ ਆ ਕਿ ਸੁਰ ਨਹੀਂ ਲੱਗਿਆ ਹਨਾ ਐਕਚੁਅਲੀ ਕੀ ਹੈ ਕਿ ਜਿਹੜੀਆਂ ਕਿਸੇ ਵੀ ਫਿਲਮ ਦੀਆਂ ਅਨਪਲਾਨਡ ਚੀਜ਼ਾਂ ਵੀ ਹੁੰਦੀਆਂ ਨੇ ਜੇ ਉਹ ਬਹੁਤ ਵਧੀਆ ਤਰੀਕੇ ਨਾਲ ਐਗਜ਼ੀਕਿਊਟ ਹੋਈਆਂ ਨੇ ਤਾਂ ਉਹ ਓਨੀਆਂ ਅਨਪਲਾਨਡ ਨਹੀਂ ਹੁੰਦੀਆਂ ਓਨੀਆਂ ਅਨਪਲਾਨਡ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਉਹਦੇ ਤੇ ਪ੍ਰੀ ਵਰਕ ਪੂਰੀ ਟੀਮ ਨੇ ਇੰਨਾ ਕੁ ਜ਼ਿਆਦਾ ਕੀਤਾ ਹੁੰਦਾ ਕਿ ਸਾਰੇ ਬੰਦੇ ਤੁਸੀਂ ਇੱਕ ਸੁਰ ਤੇ ਹੁੰਦੇ ਹੋ ਸਾਰੇ ਬੰਦੇ ਇੱਕ ਸੁਰ ਤੇ ਹੁੰਦੇ ਹੋ ਜਿੱਦਾਂ ਹੁਣ ਜਗਜੀਤ ਕੈਮਰੇ ਅੱਗੇ ਐਕਟ ਕਰ ਰਿਹਾ ਹਨਾ ਮੈਂ ਮੋਨੀਟਰ ਦੇ ਉੱਪਰ ਬੈਠਾ ਹੁਣ ਜਦੋਂ ਜਗਜੀਤ ਕੁਝ ਕਰਨ ਲੱਗਿਆ ਕੋਈ ਚੀਜ਼ ਅਨਪਲਾਨਡ ਵੀ ਤਾਂ ਮੈਨੂੰ ਪਹਿਲੇ ਪਤਾ ਲੱਗ ਜਾਂਦੀ ਹੈ ਕਿ ਹਾਂ ਇਹ ਐਕੂਰੇਟ ਕਰ ਰਿਹਾ ਹੈ ਨਾ ਐਕਚੁਅਲੀ ਕੀ ਹੈ ਕਿ ਉਹ ਤੁਸੀਂ ਪ੍ਰੀ ਪਲਾਨਿੰਗ ਇੰਨੀ ਜ਼ਿਆਦਾ ਹੁੰਦੀ ਹੈ ਤੁਸੀਂ ਸਾਰੇ ਜਣੇ ਸਕ੍ਰਿਪਟ ਦੇ ਵਿੱਚ ਇੰਨਾ ਜ਼ਿਆਦਾ ਰਚ ਮਿਚ ਗਏ ਹੁੰਦੇ ਹੋ ਇੱਕ ਦੂਜੇ ਦੀ ਤੁਹਾਨੂੰ ਸਮਝ ਆ ਚੁੱਕੀ ਹੁੰਦੀ ਹੈ ਵੇਵਲੈਂਥ ਮੈਚ ਕਰ ਚੁੱਕੀ ਹੁੰਦੀ ਹੈ ਸੋ ਅਨਪਲਾਨਡ ਚੀਜ਼ਾਂ ਵੀ ਉੱਥੇ ਹੀ ਵਰਕ ਕਰਦੀਆਂ ਨੇ ਅਦਰਵਾਈਜ਼ ਤੁਸੀਂ ਚਾਹੋ ਕਿ ਅਲੱਗ-ਅਲੱਗ ਜਗ੍ਹਾ ਤੋਂ 5-7 ਬੰਦੇ ਆਏ ਕਿਸੇ ਜਗ੍ਹਾ ਤੇ ਉਹ ਕੁਝ ਅਨਪਲਾਨਡ ਕਰ ਲੈਣਗੇ ਉਹ ਮੇਰੇ ਖਿਆਲ 'ਚ ਪੋਸੀਬਲ ਨਹੀਂ ਹੁੰਦਾ ਜੀ ਸੋ ਅਨਪਲਾਨਡ ਚੀਜ਼ਾਂ ਵੀ ਹੋਣੀਆਂ ਜ਼ਰੂਰੀ ਨੇ ਕਿਉਂਕਿ ਉਹਦੇ ਨਾਲ ਹੀ ਕੁਝ ਐਕਸਪੈਰੀਮੈਂਟਸ ਹੁੰਦੇ ਨੇ ਬਟ ਉਹਦੇ ਵਾਸਤੇ ਤੁਹਾਡਾ ਰਚਨਾ ਵਿਚਨਾ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਉਹ ਸਬਜੈਕਟ ਨੂੰ ਕਿੰਨੀ ਬਰੀਕੀ ਦੇ ਨਾਲ ਸਮਝਿਆ ਜਗਜੀਤ ਨੇ ਆਪਣੇ ਕਰੈਕਟਰ ਨੂੰ ਕਿੰਨੀ ਬਰੀਕੀ ਦੇ ਨਾਲ ਸਮਝਿਆ ਕਿ ਉਹ ਜੇ ਕੁਝ ਅਨਪਲਾਨਡ ਵੀ ਕਰੂਗਾ ਤਾਂ ਉਹ ਸਕ੍ਰਿਪਟ ਤੋਂ ਬਾਹਰ ਦੀ ਚੀਜ਼ ਨਹੀਂ ਕਰੂਗਾ है ना सो इसे करके ही हो जी ਤੁਹਾਡਾ ਤੇ ਜਗਜੀਤ ਸੰਧੂ ਦਾ ਬੌਂਡ ਬਹੁਤ ਪੁਰਾਣਾ ਹੈ ਹਨਾ ਬਹੁਤ ਦੇਰ ਤੋਂ ਤੁਸੀਂ ਇਕੱਠੇ ਹੈਗੇ ਹੋ ਤੇ ਤੁਹਾਨੂੰ ਪਤਾ ਹੈ ਇੱਕ ਦੂਜੇ ਦੀ ਕੁਆਲਿਟੀਆਂ ਵੀ ਤੇ ਜਗਜੀਤ ਸੰਧੂ ਦੀ ਜਿਹੜੀ ਕੁਆਲਿਟੀਆਂ ਹੈਗੀਆਂ ਨੇ ਸਕਿੱਲਸ ਹੈਗੀਆਂ ਨੇ ਅਸੀਂ ਪਲੀਜ਼ ਕਿਲ ਮੀ ਦੇ ਵਿੱਚ ਵੇਖਿਆ ਨੇ ਕਿਉਂਕਿ ਅੱਜ ਤੱਕ ਅਸੀਂ ਉਹਨਾਂ ਨੂੰ ਜੇ ਦੇਖਿਆ ਹੋਇਆ ਹੈ ਕਿ ਹਾਂ ਉਹਨਾਂ ਨੂੰ ਇੱਕ ਟਾਈਪ ਕਾਸਟ ਕੀਤਾ ਗਿਆ ਸੀਗਾ ਕਿ ਇਹ ਮੁੰਡਾ ਕਾਮੇਡੀ ਕਰਦਾ ਹੈ ਬਟ ਇਹ ਟਾਈਪ ਕਾਸਟ ਪਲੀਜ਼ ਕਿਲ ਮੀ ਦੇ ਵਿੱਚ ਤੋੜਿਆ ਗਿਆ ਹੈ ਕਿ ਹਾਂ ਇਹ 3 ਸ਼ੇਡਸ ਵੀ ਨਿਭਾ ਸਕਦਾ ਹੈ ਇੱਕ ਇਹ ਲਵਰ ਵੀ ਬਣ ਸਕਦਾ ਹੈ ਇੱਕ ਇਹ ਰਿਵੈਂਜ ਲੈਂਡ ਵਾਲਾ ਵੀ ਬਣ ਸਕਦਾ ਹੈ ਤੇ ਇਹ ਚੀਜ਼ਾਂ ਤੁਸੀਂ ਜਗਜੀਤ ਸੰਧੂ ਦੇ ਵਿੱਚ ਦੇਖਿਆ ਨੇ ਕਿ ਤੁਹਾਨੂੰ ਪਹਿਲਾਂ ਤੋਂ ਪਤਾ ਸੀ ਕਿ ਹਾਂ ਜਗਜੀਤ ਸੰਧੂ ਇਹੋ ਜਿਹਾ ਕੰਮ ਕਰ ਸਕਦਾ ਤੇ ਇਸ ਤੋਂ ਇਹ ਚੀਜ਼ਾਂ ਮੈਂ ਕਢਵਾਣੀਆਂ ਨੇ ਪਲੀਜ਼ ਕਿਲ ਮੀ ਦੇ ਵਿੱਚ? ਹਾਂਜੀ ਜਗਜੀਤ ਨੂੰ ਮੈਂ ਉਦੋਂ ਤੋਂ ਜਾਣਦਾ ਜਦੋਂ ਜਗਜੀਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਥੀਏਟਰ ਦੀ MA ਕਰ ਰਿਹਾ ਸੀ ਮੈਂ ਉੱਥੇ ਉਹਦੇ ਪਲੇਸ ਦੇਖੇ ਹੋਏ ਸੀਗੇ ਸੋ ਉਦੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਸੀਗੇ ਬਿਕੋਜ਼ ਸਾਡਾ ਇੱਕ ਬੌਂਡ ਇਸ ਕਰਕੇ ਸੀ ਕਿ ਮੇਰੀ ਵਾਈਫ ਉਹ ਜਗਜੀਤ ਦੀ ਕਲਾਸਮੇਟ ਸੀ ਸੋ ਇਸ ਕਰਕੇ ਮੈਂ ਇਹਨਾਂ ਦੀਆਂ ਰਿਹਰਸਲਸ ਵੀ ਦੇਖਣ ਚਲਾ ਜਾਂਦਾ ਸੀ ਤੇ ਮੈਂ ਇਹਨਾਂ ਦੇ ਪਲੇਸ ਵੀ ਦੇਖੇ ਨੇ ਸਾਰੇ ਹੈ ਨਾ ਸੋ ਉਦੋਂ ਤੋਂ ਮੈਨੂੰ ਪਤਾ ਸੀ ਕਿ ਜਗਜੀਤ ਦੇ ਵਿੱਚ ਕੀ ਪੋਟੈਂਸ਼ੀਅਲ ਹੈ ਮੈਂ ਤਾਂ ਈਵਨ ਕਿ ਜਦੋਂ ਕਦੇ ਕਈ ਵਾਰੀ ਕਿਸੇ ਜਗ੍ਹਾ ਤੇ ਬੈਠੇ ਹੁੰਦੇ ਆ ਸਾਡੇ ਕੀ ਹੈ ਕਿ ਸਾਡੇ ਪੰਜਾਬੀ ਦੇ ਵਿੱਚ ਨਾ ਬੰਦੇ ਨੂੰ ਬਹੁਤ ਜਲਦੀ ਟਾਈਪ ਕਾਸਟ ਕਰ ਦਿੰਦੇ ਆ
ਕਿ ਜਗਜੀਤ ਨੇ ਗਾਂਧੀ ਫਿਲਮ ਕੀਤੀ, ਉਹਦੇ 'ਚ ਉਹਦਾ ਕਮੇਡੀ ਕਰੈਕਟਰ ਸੀ, ਗਾਂਧੀ 2 'ਚ ਕਮੇਡੀ ਕੀਤਾ। ਅਸੀਂ ਜਦੋਂ ਕਿਤੇ ਬੈਠੇ ਹੁੰਦੇ ਸੀ, ਜੇ ਕੋਈ ਇਹ ਗੱਲ ਕਹਿ ਦਿੰਦਾ ਸੀਗਾ ਕਿ ਯਾਰ ਜਗਜੀਤ ਵਧੀਆ ਕਮੇਡੀ ਆਰਟਿਸਟ ਹੈ, ਤਾਂ ਮੇਰੀ ਕਈ ਵਾਰੀ ਬਹਿਸ ਵੀ ਹੋ ਜਾਂਦੀ ਸੀ ਕਿ ਨਹੀਂ ਯਾਰ, ਉਹ ਇੱਕ ਆਰਟਿਸਟ ਹੈ, ਨਾਟ ਅ ਕਮੇਡੀ ਆਰਟਿਸਟ, ਉਹ ਇੱਕ ਆਰਟਿਸਟ ਹੈ। ਇੱਕ ਆਰਟਿਸਟ ਸਭ ਕੁਝ ਹੀ ਕਰ ਸਕਦਾ ਜੇ ਉਹਦੇ 'ਚ ਪੋਟੈਂਸ਼ੀਅਲ ਹੋਵੇ ਤਾਂ। ਸੋ ਮੈਨੂੰ ਉਹਦੇ ਪੋਟੈਂਸ਼ੀਅਲ ਦਾ ਪਤਾ ਸੀ। ਫਿਰ ਸਾਡੀ ਜਿੰਨੀ ਕੁ ਆਪਸ ਦੇ ਵਿੱਚ ਗੱਲਬਾਤ ਹੁੰਦੀ ਸੀ, ਸੋ ਜਗਜੀਤ ਨੂੰ ਵੀ ਪਤਾ ਸੀ ਕਿ ਮੈਂ ਕੀ ਕਰ ਸਕਦਾ, ਮੈਨੂੰ ਪਤਾ ਸੀ ਜਗਜੀਤ ਕੀ ਕਰ ਸਕਦਾ। ਸੋ ਕੰਮ ਅਸੀਂ ਪਹਿਲੀ ਵਾਰ ਇਕੱਠਿਆਂ ਨੇ ਕੀਤਾ। ਸੋ ਜੋ ਅਸੀਂ ਇੰਨੇ ਸਾਲਾਂ ਤੋਂ ਸੋਚਦੇ ਸੀ ਕਿ ਮੈਂ ਜਗਜੀਤ ਤੋਂ ਇਹ ਕਰਵਾ ਸਕਦਾ, ਜਗਜੀਤ ਨੂੰ ਇਹ ਸੀ ਕਿ ਅਸੀਂ ਇਕੱਠੇ ਮਿਲ ਕੇ ਇਹ ਕਰ ਸਕਦੇ ਹਾਂ। ਸੋ ਫਾਈਨਲੀ ਉਹ ਸਕਰੀਨ ਦੇ ਉੱਪਰ ਆਇਆ ਤੇ ਤੁਹਾਨੂੰ ਸਭ ਲੋਕਾਂ ਨੂੰ ਚੰਗਾ ਲੱਗਿਆ ਜੀ। ਇਵਨ ਮੈਂ ਜੇ ਗੱਲ ਕਰਾਂ ਕਿ ਆਪਾਂ ਜਦੋਂ ਕਾਸਟ ਕਰਦੇ ਹਾਂ ਕਿਸੇ ਨੂੰ ਵੀ ਕਿਸੇ ਵੀ ਫਿਲਮ ਦੇ ਵਿੱਚ, ਵਾਟ ਡੂ ਯੂ ਥਿੰਕ ਕਿ ਜਿਹੜੇ ਜੂਨੀਅਰ ਆਰਟਿਸਟ ਹੁੰਦੇ ਨੇ ਉਹਨਾਂ ਦੇ ਉੱਤੇ ਕਿੰਨਾ ਕੁ ਵੀ ਧਿਆਨ ਦੇਣਾ ਚਾਹੀਦਾ ਸਾਨੂੰ? ਆਫ ਕੋਰਸ ਅਸੀਂ ਇਹ ਦੇਖ ਲੈਂਦੇ ਹਾਂ ਕਿ ਯਾਰ ਆਪਾਂ ਮੇਨ ਲੀਡ ਤਾਂ ਇਹਨੂੰ ਦੇ ਦਾਂਗੇ, ਸਪੋਰਟਿੰਗ ਲੀਡ ਇਹਨੂੰ ਦੇ ਦਾਂਗੇ, ਬਟ ਐਂਡ ਆਫ ਦ ਡੇ ਇੱਕ ਜੂਨੀਅਰ ਆਰਟਿਸਟ ਵੀ ਹੁੰਦੇ ਨੇ ਕਿ ਉਹਨਾਂ ਦੀ ਵੀ ਐਗਜ਼ੀਕਿਊਸ਼ਨ ਵਧੀਆ ਆਣੀ ਚਾਹੀਦੀ ਹੈ। ਸੋ ਉਸ ਉੱਤੇ ਕਿੰਨਾ ਕੁ ਧਿਆਨ ਦੇਣਾ ਚਾਹੀਦਾ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ? ਧਿਆਨ ਤਾਂ ਮਤਲਬ ਛੋਟੇ ਤੋਂ ਛੋਟਾ ਕਰੈਕਟਰ ਵੀ, ਚਾਹੇ ਉਹਦੀ ਪਿੱਛੇ ਕੋਈ ਪਾਸਿੰਗ ਵੀ ਹੈਗੀ ਹੈ, ਉਹਦੇ ਤੇ ਵੀ ਬਹੁਤ ਜ਼ਿਆਦਾ ਦੇਣਾ ਚਾਹੀਦਾ। ਬਟ ਕਈ ਵਾਰੀ ਹੁੰਦਾ ਕਿ ਕਈ ਵਾਰੀ ਸਾਡੇ ਕੋਲ ਓਨਾ ਸਮਾਂ ਨਹੀਂ ਹੁੰਦਾ ਜਿੰਨੇ ਸਮੇਂ ਦੇ ਵਿੱਚ ਪ੍ਰੋਡਕਟ ਡਿਲੀਵਰ ਕਰਨਾ ਹੁੰਦਾ। ਤੁਸੀਂ ਜੋ ਲੱਭ ਰਹੇ ਹੁੰਦੇ ਹੋ ਉਹ ਚੀਜ਼ ਤੁਹਾਨੂੰ ਉਨੇ ਸਮੇਂ 'ਚ ਨਹੀਂ ਮਿਲ ਪਾਉਂਦੀ, ਤਾਂ ਥੋੜ੍ਹਾ ਬਹੁਤ ਕੰਪਰੋਮਾਈਜ਼ ਕਰਨਾ ਪੈਂਦਾ ਹੈ। ਕੁਝ ਚੀਜ਼ਾਂ ਬਜਟ ਨੂੰ ਲੈ ਕੇ ਵੀ ਕੰਪਰੋਮਾਈਜ਼ਸ ਕਰਨੇ ਪੈਂਦੇ ਆ, ਹੈ ਨਾ। ਬਟ ਫਿਰ ਵੀ ਅਸੀਂ ਟਰਾਈ ਕੀਤੀ ਹੈ ਕਿ ਉਹ ਛੋਟੀਆਂ-ਛੋਟੀਆਂ ਚੀਜ਼ਾਂ ਤੇ ਧਿਆਨ ਦੇਣ ਦੀ। ਫਿਰ ਵੀ ਕੁਝ ਚੀਜ਼ਾਂ ਰਹਿ ਵੀ ਗਈਆਂ ਹੋਣਗੀਆਂ, ਮੈਂ ਨਹੀਂ ਕਹਿੰਦਾ ਕਿ ਅਸੀਂ ਸਭ ਕੁਝ ਪਰਫੈਕਟ ਕਰ ਲਿਆ, ਬਟ ਫਿਰ ਵੀ ਜਿੱਦਾਂ ਤੁਸੀਂ ਉਹ ਜਿਹੜੇ ਇੰਸਪੈਕਟਰ ਦੇ ਨਾਲ ਜਿਹੜੇ 2 ਹਵਲਦਾਰ ਨੇ, ਉਹ ਵਧੀਆ ਸੀਗੇ, ਉਹ ਵੀ ਅਸੀਂ ਉਹ ਲੁੱਕ ਵਾਈਜ਼ ਵੀ ਪਰਫੈਕਟ ਸੀ। ਤੇ ਉਹ ਬਿਲਕੁਲ ਹਰ ਕਿਸੇ ਦੇ ਹੀ ਕਮੈਂਟਸ ਆਏ ਕਿ ਯਾਰ ਇਹ ਬਿਲਕੁਲ ਇਦਾਂ ਹੀ ਲੱਗਦੇ ਆ ਕਿ ਜਿਵੇਂ ਓਰੀਜਨਲ ਪੁਲਿਸ ਵਾਲੇ ਹੁੰਦੇ ਆ, ਹੈ ਨਾ। ਫਿਰ ਇੱਕ ਕਰੈਕਟਰ ਪ੍ਰਕਾਸ਼ ਗਾਦੂ ਜੀ ਨੇ ਕੀਤਾ, ਉਹਨਾਂ ਦਾ ਵੀ ਮੈਨੂੰ ਇਹ ਲੱਗਿਆ ਕਿ ਜੋ ਉਹ ਪਹਿਲਾਂ ਉਹਨਾਂ ਤੋਂ ਵੀ ਬਹੁਤ ਲੋਕ ਸਿਰਫ ਕਮੇਡੀ ਹੀ ਕਰਵਾਉਂਦੇ ਆ ਨਾ, ਸੋ ਉਹ ਵੀ ਬਹੁਤ ਫਾਈਨ ਐਕਟਰ ਨੇ, ਉਹਨਾਂ ਨੇ ਵੀ ਕੀਤਾ। ਫਿਰ ਜਿਹੜਾ ਜਗਜੀਤ ਦੇ ਦੋਸਤ ਦਾ ਕਰੈਕਟਰ ਸੀ, ਪੰਜੀ ਦਾ ਕਰੈਕਟਰ, ਬਹੁਤ ਵਧੀਆ ਕਰੈਕਟਰ ਸੀ, ਰਾਈਟ। ਹਾਂ, ਸੋ ਉਹਦੀ ਜਦ ਅਸੀਂ ਕਾਸਟ ਕਰ ਰਹੇ ਸੀ ਤਾਂ ਕਿਤੇ ਨਾ ਕਿਤੇ ਮੇਰੇ ਤੇ ਇਸ ਚੀਜ਼ ਦਾ ਪ੍ਰੈਸ਼ਰ ਵੀ ਸੀ ਕਿ ਹੁੰਦਾ ਨਾ ਕਿ ਯਾਰ ਫਿਲਮ ਦੇ ਵਿੱਚ ਚਿਹਰੇ ਭਰਨੇ ਬਹੁਤ ਜ਼ਰੂਰੀ ਨੇ, ਹੈ ਨਾ। ਕਿ ਠੀਕ ਹੈ ਆਪਣੇ ਕੋਲ ਜਗਜੀਤ ਤਾਂ ਹੈ, ਜਿਹੜੇ ਹੋਰ ਕੁਝ ਮੁੰਡੇ ਚੱਲ ਰਹੇ ਨੇ, ਆਪਾਂ ਦੋਸਤ ਦਾ ਕਰੈਕਟਰ ਉਹਨਾਂ ਤੋਂ ਕਰਵਾ ਲਈਏ। ਤਾਂ ਫਿਰ ਮੈਨੂੰ ਉਸ ਚੀਜ਼ ਪਿੱਛੇ ਥੋੜਾ ਜਿਹਾ ਅੜਨਾ ਵੀ ਪਿਆ ਕਿ ਨਹੀਂ ਯਾਰ, ਇਹ ਕਰੈਕਟਰ ਆਪਾਂ ਕਿਸੇ ਵੀ ਨਾਮੀ ਬੰਦੇ ਤੋਂ ਨਹੀਂ ਕਰਵਾਉਣਾ। ਤੋ ਹੋ ਸਕਦਾ ਉਹਨਾਂ ਵਧੀਆ ਨਾਂ ਨਿਕਲ ਕੇ ਆਵੇ, ਕਿਉਂਕਿ ਉਦੋਂ ਬੰਦੇ ਦੀ ਛਾਪ ਇੱਕ ਕਰੈਕਟਰ ਦੇ ਉੱਪਰ ਭਾਰੂ ਪੈ ਜਾਂਦੀ ਹੈ, ਨਾਮ ਦੀ ਛਾਪ, ਹੈ ਨਾ। ਉਹ ਮੈਂ ਨਹੀਂ ਸੀ ਚਾਹੁੰਦਾ। ਜਗਜੀਤ ਨੇ ਵੀ ਉਹਦੇ 'ਚ ਸਾਥ ਦਿੱਤਾ। ਜਗਜੀਤ ਵੀ ਕਹਿੰਦਾ ਹਾਂ ਯਾਰ ਆਪਾਂ ਕੋਈ ਨਵਾਂ ਬੰਦਾ ਲੱਭ ਕੇ ਲੈ ਕੇ ਆਉਂਦੇ ਆ। ਫਿਰ ਸਾਡੇ ਨਾਲ ਮੁੰਡਾ ਸੀ ਜੱਸੀ, ਜਿਹਨੇ ਫਿਲਮ ਦੇ ਡਾਇਲੌਗ ਵੀ ਲਿਖੇ ਆ। ਸੋ ਇਹ ਜਿਹੜਾ ਮੋਹੰਤੀ ਸ਼ਰਮਾ ਸੀ, ਇਹਨੂੰ ਮੈਂ ਜਾਣਦਾ ਬਹੁਤ ਪਹਿਲਾਂ ਤੋਂ ਸੀ। ਇਹ ਵਿਚਾਰਾ ਛੋਟੇ-ਛੋਟੇ ਕਰੈਕਟਰ ਇਹਨੇ ਕਾਫੀ ਸਾਰੀਆਂ ਫਿਲਮਾਂ 'ਚ ਕੀਤੇ ਨੇ, ਮੈਨੂੰ ਪਤਾ ਸੀ ਕਿ ਇਹਦੇ 'ਚ ਪੋਟੈਂਸ਼ੀਅਲ ਹੈ। ਫਿਰ ਉਹਨੂੰ ਅਸੀਂ ਲੈ ਕੇ ਆਂਦਾ ਜੈਤੋ ਤੋਂ। ਸੋ ਫਿਰ ਨਤੀਜਾ ਤੁਹਾਡੇ ਸਾਹਮਣੇ ਹੈ ਜੀ। ਇਹ ਪਲੀਜ਼ ਕਿਲ ਮੀ ਦੇ ਜੇ ਅਸੀਂ ਟਾਈਟਲ ਦੀ ਗੱਲ ਕਰੀਏ, ਜਦੋਂ ਆਪਾਂ ਇਹੋ ਜਿਹੀਆਂ ਫਿਲਮਾਂ ਬਣਾਉਂਦੇ ਨੇ ਨਾ, ਟਾਈਟਲ ਨੂੰ ਲੈ ਕੇ ਆਪਾਂ ਜ਼ਰੂਰ ਬਹੁਤ ਸੋਚ ਵਿਚਾਰ ਕਰਦੇ ਹਾਂ। ਪਲੀਜ਼ ਕਿਲ ਮੀ ਬਾਅਦ 'ਚ ਜਸਟੀਫਾਈ ਹੋ ਜਾਂਦਾ ਹੈ ਕਿ ਕਿਉਂ ਇਸ ਤਰ੍ਹਾਂ ਦਾ ਕਰੈਕਟਰ ਰੱਖਿਆ ਗਿਆ ਐਂਡ ਦੇ ਵਿੱਚ ਜਾ ਕੇ। ਸੋ ਇਸ ਫਿਲਮ ਦੇ ਟਾਈਟਲ ਨੂੰ ਲੈ ਕੇ ਤੁਸੀਂ ਕਿੰਨੀ ਜਹਿਦ ਕੀਤੀ ਹੈ ਕਿ ਇਹੀ ਟਾਈਟਲ ਰੱਖਿਆ ਗਿਆ ਕਿ ਕੁਝ ਚੇਂਜਸ ਵਗੈਰਾ ਵੀ ਆਏ ਸੀਗੇ? ਟਾਈਟਲ ਨੂੰ ਲੈ ਕੇ ਬਹੁਤ ਜਹਿਦ ਹੋਈ ਹੈ। ਮਤਲਬ ਜਿੰਨਾ ਚਿਰ ਸਾਡੀ ਪ੍ਰੀ ਪ੍ਰੋਡਕਸ਼ਨ ਚੱਲ ਰਹੀ ਸੀਗੀ, ਸਾਨੂੰ ਉਦੋਂ ਤੱਕ ਕੋਈ ਨਾਮ ਹੀ ਨਹੀਂ ਸੀ ਮਿਲਿਆ, ਹੈ ਨਾ। ਸੋ ਨਾਮ ਤੁਸੀਂ ਵੀ ਫਿਲਮ ਦੇਖੀ ਹੈ, ਤੁਹਾਨੂੰ ਪਤਾ ਹੈ ਕਿ ਇਹ ਹੀ ਜਸਟੀਫਾਈ ਹੈ ਨਾਮ, ਹੈ ਨਾ। ਸੋ ਮੈਨੂੰ ਪਤਾ ਨਹੀਂ ਕਿਉਂ, ਕਿਉਂਕਿ ਇਹ ਹਾਲੀਵੁੱਡ ਦੀ ਇੱਕ ਫਿਲਮ ਹੈ ਕਿਲ ਮੀ ਪਲੀਜ਼। ਅੱਛਾ, ਹਾਂ, ਇੱਕ ਕਿਲ ਮੀ ਪਲੀਜ਼ ਹੈ। ਸੋ ਤਾਂ ਕਰਕੇ ਮੈਨੂੰ ਸੀ ਕਿ ਇਦਾਂ ਦਾ ਨਾਮ ਆਪਾਂ ਨਹੀਂ ਰੱਖ ਸਕਦੇ। ਇਹ ਨਾਮ ਸੁਜੈਸਟ ਜਗਜੀਤ ਨੇ ਕੀਤਾ ਸੀਗਾ। ਸੋ ਉਸ ਤੋਂ ਬਾਅਦ ਜਦੋਂ ਸਾਡਾ ਫਸਟ ਡੇ ਸੀਗਾ ਸ਼ੂਟ ਦਾ, ਉਸ ਦਿਨ ਸ਼ਾਮ ਨੂੰ ਐਮੀ ਭਾਜੀ ਆਏ ਸੀਗੇ ਸੈੱਟ ਤੇ ਬਾਂਸਲ ਸਾਹਿਬ ਆਏ ਸੀਗੇ। ਸੋ ਉਦੋਂ ਕੀ ਸੀ ਕਿ ਕਲੈਪ ਦੇ ਨਾਲ ਇੱਕ ਫੋਟੋ ਪਾਉਣੀ ਜ਼ਰੂਰੀ ਸੀ। ਉਹ ਜਦ ਜਗਜੀਤ ਨੇ ਐਮੀ ਭਾਜੀ ਨਾਲ ਡਿਸਕਸ ਕੀਤਾ, ਬਾਂਸਲ ਸਾਹਿਬ ਨਾਲ ਡਿਸਕਸ ਕੀਤਾ, ਉਹਨਾਂ ਨੂੰ ਵੀ ਬਹੁਤ ਚੰਗਾ ਲੱਗਿਆ ਨਾਮ। ਸੋ ਮੈਨੂੰ ਚੰਗਾ ਤਾਂ ਲੱਗ ਰਿਹਾ ਸੀ, ਬਟ ਮੈਂ ਸਿਰਫ ਉਹ ਕਿਲ ਮੀ ਪਲੀਜ਼ ਕਰਕੇ ਮੈਂ ਚਾਹੁੰਦਾ ਸੀ ਕਿ ਨਾਂ ਰੱਖਿਆ ਜਾਵੇ। ਅੱਛਾ, ਹਾਂ। ਬਟ ਫਿਰ ਜਦੋਂ ਦੇਖਦੇ ਸੀ ਤਾਂ ਹੋਰ ਕੋਈ ਨਾਮ ਜਸਟੀਫਾਈਡ ਹੀ ਹੈ ਨਹੀਂ ਸੀ, ਕਿਉਂਕਿ ਅਖੀਰ ਤੱਕ ਜਾਂਦੇ ਜਾਂਦੇ ਜੋ ਹਾਲਾਤ ਹੋ ਜਾਂਦੇ ਆ, ਤਾਂ ਪਲੀਜ਼ ਕਿਲ ਮੀ ਹੀ ਉਹਦਾ ਇੱਕ ਪਰਫੈਕਟ ਨਾਮ ਸੀਗਾ ਜੀ। ਤੇ ਜੇ ਆਪਾਂ ਗੱਲ ਕਰੀਏ, ਬਹੁਤ ਸਾਰੀ ਫਿਲਮਸ ਬਣਦੀਆਂ ਨੇ, ਕਿਸੇ ਤੋਂ ਇਨਸਪਾਇਰਡ ਹੁੰਦੀਆਂ ਨੇ, ਕਹਿੰਦੇ ਕਿ ਇਸ ਦੇ ਉੱਤੇ ਬੇਸਡ ਹੈਗੀ ਹੈ, ਤੇ ਕਿਤੇ ਨਾ ਕਿਤੇ ਰਿਊਮਰ ਸੀਗੇ ਕਿ ਪਲੀਜ਼ ਕਿਲ ਮੀ ਕਿਸੇ ਬੁੱਕ ਦੇ ਉੱਤੇ ਬਣੀ ਹੈ, ਕਿ ਇਹ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ?
ਨਹੀਂ ਐਕਚੁਅਲੀ ਇੱਕ ਇੰਗਲਿਸ਼ ਬੁੱਕ ਹੈ ਜਿਹਦਾ ਨਾਮ ਹੈ ਪਲੀਜ਼ ਕਿਲ ਮੀ। ਅੱਛਾ, ਹਾਂ ਬਸ ਉਹ ਸਿਰਫ ਨਾਮ ਹੀ ਮਿਲਦਾ, ਹੋਰ ਕੁਝ ਨਹੀਂ। ਹੋਰ ਕੁਝ ਨਹੀਂ ਹੈਗਾ। ਸੋ ਇਹ ਕਨਸੈਪਟ ਕਿਵੇਂ ਤਿਆਰ ਕੀਤਾ ਗਿਆ ਇਸ ਪੂਰੀ ਚੀਜ਼ ਦਾ? ਐਂਡ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੂਰੀ ਫਿਲਮ ਗੁੰਝਲਦਾਰ ਹੈ, ਕਨਫਿਊਜ਼ਨ ਬਹੁਤ ਜ਼ਿਆਦਾ ਹੈ। ਹਰ ਇੱਕ ਸੀਨ ਨੂੰ ਇੱਕ ਦੂਜੇ ਸੀਨ ਦੇ ਨਾਲ ਜੋੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਸੋ ਇਸ ਪੂਰੀ ਚੀਜ਼ ਦਾ ਕਨਸੈਪਟ ਤੇ ਕਿਸ ਤਰ੍ਹਾਂ ਇੱਕ ਸੀਨ ਨੂੰ ਦੂਜੇ ਸੀਨ ਦੇ ਨਾਲ ਕਨੈਕਟ ਕੀਤਾ ਗਿਆ ਹੈ, ਸੋ ਹਰ ਇੱਕ ਚੀਜ਼ ਦੇ ਉੱਤੇ ਕਿਸ ਤਰ੍ਹਾਂ ਧਿਆਨ ਦਿੱਤਾ ਗਿਆ ਹੈ। ਇਹਦੀ ਸਟੋਰੀ ਲਿਖੀ ਹੈ ਵਿਕਰਮ ਚੌਹਾਨ ਨੇ, ਵਿਕਰਮ ਚੌਹਾਨ। ਹੈ ਨਾ? ਹਾਂ ਸਟੋਰੀ ਵਿਕਰਮ ਚੌਹਾਨ ਨੇ ਲਿਖੀ ਹੈ। ਸੋ ਮੇਰੇ ਕੋਲ ਜਦੋਂ ਇਹ ਪ੍ਰੋਜੈਕਟ ਆਇਆ ਤਾਂ ਉਸ ਤੋਂ ਪਹਿਲਾਂ ਆਲਰੇਡੀ ਸਟੋਰੀ ਸੀ ਜਿਹੜੀ ਉਹ ਡਿਸਾਈਡਡ ਸੀ ਕਿ ਆਪਾਂ ਇਸ ਸਟੋਰੀ ਦੇ ਉੱਪਰ ਫਿਲਮ ਬਣਾਉਣੀ ਹੈ ਨਾ। ਉਸ ਸਟੋਰੀ ਦੇ ਵਿੱਚ ਕਿਡਨੈਪਿੰਗ ਦੀ ਗੱਲ ਸੀਗੀ ਤੇ ਉਸ ਸਟੋਰੀ ਦੇ ਵਿੱਚ ਜੋ ਹੁਣ ਕਲਾਈਮੈਕਸ ਹੈਗਾ ਉਹੀ ਸੇਮ ਕਲਾਈਮੈਕਸ ਸੀਗਾ। ਬਟ ਉਹਦੇ 'ਚ ਕੀ ਸੀਗਾ ਕਿ ਉਹ ਸਸਪੈਂਸਿਵ ਸਟੋਰੀ ਨਹੀਂ ਸੀ। ਸਸਪੈਂਸਿਵ ਉਹ ਇੰਨੀ ਇਸ ਤਰੀਕੇ ਦੀ ਸਸਪੈਂਸਿਵ ਸੀ ਕਿ ਇੱਕ ਕੁੜੀ ਕਿਡਨੈਪ ਹੋ ਗਈ ਹੈ ਤੇ ਉਹ ਜਿਹੜੇ ਬੰਦੇ ਨੇ ਕਿਡਨੈਪ ਕੀਤੀ ਹੈ ਉਹਦਾ ਪਹਿਲੇ ਸੀਨ ਤੋਂ ਹੀ ਲੋਕਾਂ ਨੂੰ ਪਤਾ ਹੈ ਕਿ ਇਸ ਬੰਦੇ ਨੇ ਇਹ ਕਿਡਨੈਪ ਕੀਤੀ ਹੈ ਤੇ ਪੁਲਿਸ ਉਹਨੂੰ ਲੱਭ ਰਹੀ ਹੈ। ਉਹ ਕਦੇ ਵੀ ਪੁਲਿਸ ਨੂੰ ਮਿਲਦਾ ਨਹੀਂ ਹੈ ਬੰਦਾ। ਪੁਲਿਸ ਨੂੰ ਹੌਲੀ ਹੌਲੀ ਪੁਲਿਸ ਲੱਭਦੀ ਇੱਕ ਇੱਕ ਕਲੂ ਤੋਂ ਦੂਜੇ ਕਲੂ ਤੇ ਪਹੁੰਚਦੀ ਉਸ ਬੰਦੇ ਤੱਕ ਪਹੁੰਚ ਜਾਂਦੀ ਹੈ। ਉਹ ਕੁਛ ਇਸ ਤਰ੍ਹਾਂ ਦਾ ਸੀਗਾ। ਸੋ ਇਸੇ ਕਰਕੇ ਫਿਰ ਮੈਂ ਸਕਰੀਨ ਪਲੇ ਉਹਦਾ ਖੁਦ ਲਿਖਿਆ। ਮੈਨੂੰ ਇਹ ਸੀਗਾ ਕਿ ਯਾਰ ਉਹ ਇੱਕ ਕਿਉਂਕਿ ਸਟੋਰੀ ਇੱਕ ਇੰਨੀ ਕੁ ਜਨਰਲ ਸਟੋਰੀ ਹੈ ਜਿਹੜੀ ਕਿ ਬਹੁਤ ਜਗ੍ਹਾ ਦੇ ਉੱਪਰ ਵਾਪਰ ਚੁੱਕੀ ਹੈ ਨਾ। ਸੋ ਮੈਨੂੰ ਸੀ ਕਿ ਯਾਰ ਇਹ ਬਹੁਤ ਹੀ ਇੱਕ ਜਨਰਲ ਸਟੋਰੀ ਹੈ। ਇਹਦੇ ਨਾਲ ਇਹਨੂੰ ਜੇ ਆਪਾਂ ਬਿਲਕੁਲ ਸਿੱਧਾ ਕਹਾਂਗੇ ਤਾਂ ਲੋਕਾਂ ਨੂੰ ਬਿਠਾ ਕੇ ਰੱਖਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕਿ ਇਹਦੇ ਨਾਲੋਂ ਬੈਟਰ ਤਾਂ ਇਹ ਹੈ ਕਿ ਤੁਸੀਂ ਕਿਸੇ ਨੂੰ ਬੋਲ ਕੇ ਸੁਣਾ ਦਿਓ। ਫਿਲਮ ਦਾ ਜਿਹੜਾ ਇੱਕ ਮੀਡੀਅਮ ਹੈ, ਜੇ ਫਿਲਮ ਦੇ ਵਿੱਚ ਦਿਖਾਉਣੀ ਹੈ ਤਾਂ ਇਹ ਇਸ ਤਰ੍ਹਾਂ ਦੀ ਸਟੋਰੀ ਹੈ ਕਿ ਜਿਹੜੀ ਉਹਨਾਂ ਗੁੰਝਲਾਂ ਦੀ ਮੰਗ ਕਰਦੀ ਹੈ। ਸੋ ਇਸ ਕਰਕੇ ਫਿਰ ਜਦੋਂ ਉਹ ਸਕਰੀਨ ਪਲੇ ਲਿਖਿਆ ਤਾਂ ਕਾਫੀ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਪਹਿਲੇ ਸਟੋਰੀ ਦੇ ਵਿੱਚ ਹੈ ਵੀ ਨਹੀਂ ਸੀ। ਜਿੱਦਾਂ ਕਿ ਲੱਕੀ ਦਾ ਪੁਲਿਸ ਨਾਲ ਕੀ ਕਨੈਕਸ਼ਨ ਹੈ, ਲੱਕੀ ਇੱਕ ਉਹ ਕਰਦਾ ਹਾਂ ਸਾਈਬਰ ਐਕਸਪਰਟ ਹੈ, ਉਹ ਉੱਦਾਂ ਦਾ ਕੁਝ ਨਹੀਂ ਸੀਗਾ। ਫਿਰ ਜਿਹੜਾ ਤੁਸੀਂ ਫਿਲਮ ਦੇ ਵਿੱਚ ਦੇਖਿਆ ਹੋਊਗਾ ਕਿ ਉਹ ਜਦੋਂ ਕੁੜੀ ਉਹਨੇ ਜਿੱਥੇ ਕਿਡਨੈਪ ਕੀਤੀ ਹੋਈ ਆ ਉਹ ਕੁੜੀ ਨਾਲ ਗੱਲ ਕਿਹੜੇ ਤਰੀਕੇ ਨਾਲ ਕਰਦਾ, ਉਹਦੇ ਨਾਲ ਡਾਇਰੈਕਟ ਗੱਲ ਨਹੀਂ ਕਰ ਰਿਹਾ, ਉਹਨੇ ਇੱਕ ਉੱਥੇ ਕੋਰਟ ਰੂਮ ਸਿਰਜਿਆ, ਉਹਦੇ ਥਰੂ ਉਹ ਗੱਲ ਕਰ ਰਿਹਾ। ਇਹ ਸਾਰੀਆਂ ਚੀਜ਼ਾਂ ਜਦੋਂ ਫਿਰ ਸਕਰੀਨ ਪਲੇ ਲਿਖਣਾ ਇਹਦਾ ਸ਼ੁਰੂ ਹੋਇਆ ਉਦੋਂ ਸਾਰੀਆਂ ਚੀਜ਼ਾਂ ਉਹਦੇ ਚ ਆਈਆਂ। ਕੋਰਟ ਰੂਮ ਸੀਨ ਦੀ ਗੱਲ ਕਰਦੇ ਹਾਂ। ਆਈ ਜਸਟ ਲਵ ਦੈਟ ਸੀਨ ਕਿ ਕੋਰਟ ਰੂਮ ਦੇ ਵਿੱਚ ਆਪਣਾ ਇੱਕ ਕੋਰਟ ਰੂਮ ਬਣਾਇਆ ਹੋਇਆ। ਜਗਜੀਤ ਸੰਧੂ ਜੇ ਕਨਫਰੰਟ ਕਰ ਰਿਹਾ ਹੈ ਇੱਕ ਕੋਰਟ ਰੂਮ ਬਣਾ ਕੇ ਆਪਣੇ ਆਪ ਸਾਰੀਆਂ ਚੀਜ਼ਾਂ ਨੂੰ ਕਨਫਰੰਟ ਕਰ ਰਿਹਾ ਹੈ। ਸੋ ਇਹ ਕੋਰਟ ਰੂਮ ਵਾਲਾ ਸੀਨ ਕਿਸੇ ਤੋਂ ਇਨਸਪਾਇਰਡ ਸੀਗਾ ਕਿ ਕੁਝ ਤੁਸੀਂ ਖੁਦ ਹੀ ਸੋਚਿਆ ਕਿ ਹਾਂ ਅਸੀਂ ਇਸ ਚੀਜ਼ ਨੂੰ ਜੇ ਅਸੀਂ ਦੱਸਣਾ ਹੈ, ਇਸ ਚੀਜ਼ਾਂ ਨੂੰ ਜੇ ਕਨਫਰੰਟੇਸ਼ਨ ਕਰਨੀ ਹੈ ਜਾਂ ਫਿਰ ਦੱਸਣਾ ਹੈ ਕਿ ਕੁੜੀ ਨੇ ਕੀਤਾ ਕੀ ਹੈ ਜੋ ਇੰਨਾ ਸਭ ਕੁਝ ਉਸਨੂੰ ਕਿਡਨੈਪ ਕਰ ਲਿਆ। ਸੋ ਇਹ ਕੋਰਟ ਰੂਮ ਸੀਨ ਦਾ ਆਈਡੀਆ ਕਿਸ ਤਰ੍ਹਾਂ ਦਾ ਆਇਆ ਤੁਹਾਨੂੰ? ਇਹ ਜਿਹੜਾ ਆਈਡੀਆ ਸੀ ਨਾ, ਇੱਕ ਤਾਂ ਇਹਦੇ 'ਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੀ ਪਹਿਲਾਂ ਇੱਕ ਫਿਲਮ ਹੈ ਜਿਹੜੀ ਹਲੇ ਤੱਕ ਰਿਲੀਜ਼ ਨਹੀਂ ਹੋਈ, ਜ਼ਿੰਦਗੀ ਜ਼ਿੰਦਾਬਾਦ, ਹੈ ਨਾ। ਜ਼ਿੰਦਗੀ ਜ਼ਿੰਦਾਬਾਦ ਦਾ ਟੀਜ਼ਰ ਆਊਟ ਹੋਇਆ ਸੀ, ਜੇ ਤੁਸੀਂ ਦੇਖਿਆ ਹੋਵੇ, ਆਈ ਡੋਨਟ ਨੋ ਤੁਸੀਂ, ਹਾਂ। ਸੋ ਉਹਦੇ 'ਚ ਤੁਸੀਂ ਦੇਖਿਆ ਹੋਣਾ ਕਿ ਉਹਦੇ 'ਚ ਨਾ ਮੈਂ ਟੀਜ਼ਰ ਦੇ ਵਿੱਚ ਇੱਕ ਗੱਲ ਕੀਤੀ ਹੈ ਕਿ ਜਿਹੜੇ ਖੇਤਾਂ ਦੇ ਵਿੱਚ ਫਸਲਾਂ ਦੀ ਰਾਖੀ ਵਾਸਤੇ ਡਰਨੇ ਗੱਡੇ ਹੁੰਦੇ ਆ। ਸੋ ਟੀਜ਼ਰ ਦੇ ਵਿੱਚ 2 ਡਰਨੇ ਦਿਖਾਏ ਆ ਮੈਂ। ਇੱਕ ਡਰਨਾ ਇਹ ਹੈ ਕਿ ਜਿਹਦੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਆ, ਜਿਹੜਾ ਕਿ ਕਲਰਫੁਲ ਹੈ। ਦੂਸਰਾ ਡਰਨਾ ਜਿਹੜਾ ਹੈਗਾ ਉਹ ਕਲਰਫੁਲ ਨਹੀਂ ਹੈਗਾ, ਉਹ ਬਹੁਤ ਹੀ ਜ਼ਿਆਦਾ ਭਿਆਨਕ ਜਿਹਾ। ਜੇ ਤੁਹਾਡੇ ਨਹੀਂ ਧਿਆਨ 'ਚ ਤਾਂ ਤੁਸੀਂ ਉਹਨੂੰ ਦੁਬਾਰਾ ਮੈਂ ਫਿਰ ਤੋਂ ਦੇਖਾਂਗੀ ਹਾਂ ਟੀਜ਼ਰ ਤੁਸੀਂ ਦੁਬਾਰਾ ਦੇਖਿਓ, ਹਨਾ। ਸੋ ਮੇਰੀ ਜ਼ਿੰਦਗੀ ਜ਼ਿੰਦਾਬਾਦ ਦੇ ਵਿੱਚ ਭਾਵੇਂ ਉਹ ਬਿਲਕੁਲ ਛੋਟੇ ਜਿਹੇ ਨੇ, ਉਹ 2 ਕਰੈਕਟਰ ਨੇ ਡਰਨਿਆਂ ਦੇ, ਜਿਹੜੇ ਖੇਤਾਂ 'ਚ ਗੱਡੇ ਡਰਨੇ ਆ। ਉਹਦੇ ਥਰੂ ਮੈਂ ਕੁਝ ਚੀਜ਼ਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰਾ ਅੱਗੇ ਤੋਂ ਵੀ ਇਹ ਰਹੂਗਾ। ਪਲੀਜ਼ ਕਿਲ ਮੀ ਵੇਲੇ ਵੀ ਮੇਰੇ ਮਾਈਂਡ ਦੇ ਵਿੱਚ ਇਹ ਚੀਜ਼ ਸੀਗੀ ਕਿ ਯਾਰ ਇੱਕ ਕਿਸੇ ਚੀਜ਼ ਨੂੰ ਇਹਦੇ 'ਚ ਵੀ ਕਰੈਕਟਰ ਬਣਾਇਆ ਜਾਵੇ। ਫਿਰ ਚੱਲਦੇ ਕੋਰਟ ਰੂਮ ਦਾ ਆਈਡੀਆ ਬਾਅਦ 'ਚ ਆਇਆ, ਪਹਿਲੇ ਉਹ ਕਰੈਕਟਰ ਦਾ ਆਈਡੀਆ ਆਇਆ ਦਿਮਾਗ 'ਚ ਕਿ ਕੋਈ ਕਰੈਕਟਰ ਬਣਾਇਆ ਜਾਵੇ। ਸੋ ਕਰੈਕਟਰ ਬਣਾਉਂਦੇ ਇਹ ਸੀ ਕਿ ਪਹਿਲਾਂ ਲਵ ਸਟੋਰੀ ਹੈ, ਮੁੰਡੇ ਕੁੜੀਆਂ ਨੂੰ ਗਿਫਟ ਦਿੰਦੇ ਆ ਤਾਂ ਟੈਡੀ ਜ਼ਿਆਦਾ ਗਿਫਟ ਦਿੰਦੇ ਆ, ਹੈ ਨਾ। ਸੋ ਇਹ ਟੈਡੀ ਮੈਂ ਪਹਿਲਾਂ ਇਹ ਸੀ ਆਈਡੀਆ ਕਿ ਇੱਕ ਟੈਡੀ ਜਿਹੜਾ ਉਹਨੇ ਕੁੜੀ ਨੂੰ ਦਿੱਤਾ, ਜਿਹੜਾ ਜਦੋਂ ਉਹਨੂੰ ਉਹ ਕਿਡਨੈਪ ਕਰੂਗਾ ਉਹਦੇ ਪੇਟ ਤੇ ਟੈਡੀ ਪਿਆ ਹੋਊਗਾ, ਉਹ ਗਿਰੂਗਾ, ਅਗਲੇ ਦਿਨ ਫਿਰ ਸਵੇਰੇ ਉੱਠੂਗੀ, ਫਿਰ ਉੱਥੇ ਟੈਡੀ ਪਿਆ ਹੋਊਗਾ, ਜਿਹਤੋਂ ਕੁੜੀ ਨੂੰ ਲੱਗੂਗਾ ਕਿ ਯਾਰ ਕੋਈ ਨਾ ਕੋਈ ਬੰਦਾ ਇੱਥੇ ਆਇਆ ਹੋਇਆ। ਸੋ ਇਹ ਚੱਲਦੇ ਫਿਰ ਮੇਰੇ ਇੱਕ ਟੈਡੀ ਧਿਆਨ 'ਚ ਆਇਆ। ਇੱਕ ਰਾਈਟਰ ਆਪਣੇ ਪੰਜਾਬੀ ਇੰਡਸਟਰੀ ਦੇ ਰਾਜੂ ਵਰਮਾ, ਉਹਨਾਂ ਦੇ ਘਰ ਪਿਆ ਇਹ ਮੈਂ ਟੈਡੀ ਦੇਖਿਆ ਹੋਇਆ ਸੀ, ਜਿਹੜਾ ਅਸੀਂ ਫਿਲਮ ਦੇ ਵਿੱਚ ਯੂਜ਼ ਕੀਤਾ, ਕਿਉਂਕਿ ਉਹਦੇ ਐਨਕਾਂ ਲੱਗੀਆਂ ਹੋਈਆਂ, ਉਹ ਵਕੀਲ ਟਾਈਪ
ਹੈਗਾ ਹਨਾ। ਮੈਂ ਸੋਚਿਆ ਯਾਰ ਕਿਉਂ ਨਾ ਉਹ ਵਾਲਾ ਟੈਡੀ ਯੂਜ਼ ਕੀਤਾ ਜਾਵੇ ਜੇ ਆਪਾਂ ਕਰੈਕਟਰ ਹੀ ਬਣਾਉਣਾ। ਸੋ ਉਸ ਟੈਡੀ ਨੂੰ ਦੇਖ ਕੇ ਮੇਰੇ ਦਿਮਾਗ 'ਚ ਆਇਆ ਕਿ ਫਿਰ ਇਹਨੂੰ ਇਸ ਤਰੀਕੇ ਕਿ ਜੇ ਉਹ ਕੁੜੀ ਨਾਲ ਡਾਇਰੈਕਟ ਗੱਲ ਕਰਦਾ ਕਿ ਤੂੰ ਇਹ ਕੀਤਾ ਤੂੰ ਉਹ ਕੀਤਾ, ਉਹ ਬਹੁਤ ਹੀ ਬੋਝਲ ਤੇ ਇੱਕ ਮਤਲਬ ਬੋਰਿੰਗ ਗੱਲਬਾਤ ਹੋਊਗੀ ਕਿ ਉਹੀ ਚੀਜ਼ ਅਸੀਂ ਫਲੈਸ਼ਬੈਕ 'ਚ ਦਿਖਾ ਰਹੇ ਹਾਂ, ਉਹੀ ਚੀਜ਼ਾਂ ਉਹ ਕੁੜੀ ਨੂੰ ਕਹਿ ਰਿਹਾ। ਸੋ ਉਹ ਐਕਸਪਲੇਨੇਸ਼ਨ ਬਹੁਤ ਬੋਝਲ ਲੱਗੂਗੀ। ਸੋ ਮੈਨੂੰ ਸੀ ਕਿ ਇਹਨੂੰ ਫਿਰ ਡਰਾਮੈਟਿਕ ਕਰ ਲਿਆ ਜਾਵੇ। ਉਹ ਡਰਾਮੈਟਿਕ ਦਾ ਪਹਿਲਾਂ ਕੋਈ ਆਈਡੀਆ ਨਹੀਂ ਸੀ ਮਿਲ ਰਿਹਾ। ਜਦੋਂ ਮੇਰੇ ਦਿਮਾਗ 'ਚੋਂ ਟੈਡੀ ਆਇਆ ਸੋ ਟੈਡੀ ਨੇ ਇੱਕਦਮ ਸਾਰਾ ਕੁਝ ਕਲੀਅਰ ਕਰਤਾ, ਕਿਉਂਕਿ ਉਹ ਟੈਡੀ ਦੇ ਡਰੈਸ ਜਿਹੜੀ ਉਹ ਪਵਾਈ ਹੋਈ ਹੈ ਐਕਚੁਅਲ ਦੇ ਵਿੱਚ ਹੀ, ਉਹਦੇ ਐਨਕਾਂ ਲੱਗੀਆਂ ਹੋਈਆਂ ਨੇ ਤੇ ਹੱਥ ਦੇ ਵਿੱਚ ਉਹਦੇ ਇੱਕ ਫਾਈਲ ਟਾਈਪ ਕੁਝ ਫੜਿਆ ਹੋਇਆ, ਜਿੱਤੋਂ ਲੱਗਦਾ ਕਿ ਜਿੱਦਾਂ ਇਹ ਵਕੀਲ ਤੇ ਵਕੀਲ ਦੀ ਡਿਗਰੀ ਲੈ ਕੇ ਬਾਹਰ ਆ ਰਿਹਾ ਹੈ ਨਾ। ਸੋ ਉਸ ਟੈਡੀ ਤੋਂ ਫਿਰ ਉਹ ਸਾਰਾ ਕੋਰਟ ਰੂਮ ਦਾ ਆਈਡੀਆ ਆਇਆ ਜੀ। ਸੋ ਮੈਂ ਇਸ ਫਿਲਮ ਨੂੰ ਲੈ ਕੇ ਲਾਸਟ ਕੁਐਸਚਨ ਪੁੱਛਾਂਗੀ ਕਿ ਜੋ ਕੈਨੇਡਾ ਵਾਲਾ ਸੀਨ ਸਾਰਾ ਦਿਖਾਇਆ ਗਿਆ ਹੈ, ਕਿਉਂਕਿ ਇੱਕ ਤਾਂ ਪੰਜਾਬ ਦਾ ਕਰੰਟ ਇਸ਼ੂ ਇਸ ਟਾਈਮ ਦਾ ਹੈਗਾ। ਆਫ ਕੋਰਸ ਤੁਸੀਂ ਜਦੋਂ ਸ਼ੂਟ ਕੀਤਾ ਹੋਣਾ ਇਹ ਇਸ਼ੂ ਹਜੇ ਆਇਆ ਨਹੀਂ ਸੀਗਾ ਨਾ ਬਾਹਰ, ਨਹੀਂ ਜੋ ਹਜੇ ਰੀਸੈਂਟ ਵਾਲਾ ਹੈਗਾ। ਸੋ ਜਦੋਂ ਕੈਨੇਡਾ ਦਾ ਸੀਨ ਤੁਸੀਂ ਸਾਰਾ ਦੱਸਿਆ, ਕਿਉਂਕਿ ਆਪਾਂ ਸੁਣਦੇ ਤਾਂ ਹੈਗੇ ਆ ਖਬਰਾਂ, ਪਰ ਸਾਨੂੰ ਇਹ ਨਹੀਂ ਪਤਾ ਕਿ ਅੰਦਰ ਹੁੰਦਾ ਕੀ ਹੈ, ਕਿ ਕਿਸ ਤਰ੍ਹਾਂ ਪੈਸੇ ਲਿੱਤੇ ਗਏ, ਕਿਸ ਤਰ੍ਹਾਂ ਬਾਹਰ ਚੱਲ ਗਏ, ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਤੁਸੀਂ ਦੇਖੀਆਂ ਨੇ, ਕਿੱਥੋਂ ਅਬਜ਼ਰਵ ਕੀਤੀਆਂ ਨੇ, ਜਾਂ ਫਿਰ ਕਿਸੇ ਨੂੰ ਕੰਸਲਟ ਕੀਤਾ ਸੀਗਾ ਕਿ ਹਾਂ ਪਤਾ ਤਾਂ ਚੱਲੇ ਕਿ ਐਕਚੁਅਲ ਦੇ ਵਿੱਚ ਹੁੰਦਾ ਕਿਸ ਤਰ੍ਹਾਂ ਹੈ। ਸੋ ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਬਣਾਈਆਂ ਗਈਆਂ ਨੇ ਕੈਨੇਡਾ ਨੂੰ ਲੈ ਕੇ? ਇਹ ਤਾਂ ਦੇਖੋ ਜੀ, ਆਪਾਂ ਸਮਾਜ ਦੇ ਵਿੱਚ ਰਹਿੰਦੇ ਆ। ਸੋ ਜਿਹੜਾ ਇਹ ਬਹੁਤ ਜ਼ਿਆਦਾ ਮੁੱਦਾ ਪਿੱਛੇ ਉੱਭਰਿਆ ਸੀ ਕਿ ਉਹ ਮੁੰਡੇ ਨੇ ਸੁਸਾਈਡ ਕੀਤਾ ਸੀਗਾ, ਉਹ ਮਸਲਾ ਹਜੇ ਨਹੀਂ ਸੀ ਬਾਹਰ, ਮਤਲਬ ਸਪੈਸ਼ਲੀ ਉਹ ਵਾਲਾ ਕੇਸ ਨਹੀਂ ਸੀ ਹਲੇ ਬਾਹਰ ਆਇਆ ਉਦੋਂ ਤੱਕ। ਬਟ ਉਦੋਂ ਤੱਕ ਵੀ ਬਹੁਤ ਸਾਰਾ ਕੁਝ ਸਾਡੇ ਆਸ-ਪਾਸ ਵਾਪਰ ਚੁੱਕਿਆ ਸੀ ਕਿ ਯਾਰਾਂ ਦੋਸਤਾਂ ਤੋਂ ਕਹਾਣੀਆਂ ਸੁਣੀ ਦੀਆਂ ਸੀ, ਰਿਸ਼ਤੇਦਾਰ ਵੀ ਆ ਕੇ ਕਈ ਵਾਰੀ ਗੱਲ ਕਰਦੇ ਸੀ ਹਨਾ, ਕਿਉਂਕਿ ਪਿਛਲੇ ਟਾਈਮ ਦੇ ਵਿੱਚ ਬਹੁਤ ਹੋਈਆਂ ਨੇ ਇਹ ਚੀਜ਼ਾਂ ਕਿ ਕੋਈ ਕੁੜੀ ਪੈਸੇ ਲੈ ਕੇ ਬਾਹਰ ਚਲੀ ਗਈ। ਈਵਨ ਕਿ ਉਲਟਾ ਵੀ ਹੋਇਆ, ਉਸ ਤੋਂ ਪਹਿਲਾਂ ਇਹ ਵੀ ਜ਼ਿਆਦਾ ਹੁੰਦਾ ਸੀਗਾ ਕਿ ਮੁੰਡੇ ਬਾਹਰ ਹੁੰਦੇ ਸੀ, ਬਾਹਰੋਂ ਆ ਕੇ ਇੱਧਰ ਵਿਆਹ ਕਰਾ ਲੈਂਦੇ ਸੀ, ਦਾਜ ਦੂਜ ਲੈ ਕੇ ਫਿਰ ਉਹ ਬਾਹਰ ਚਲੇ ਜਾਂਦੇ ਸੀ, ਕੁੜੀਆਂ ਇੱਧਰ ਸਾਰੀ ਜ਼ਿੰਦਗੀ ਰੁਲਦੀਆਂ ਰਹਿੰਦੀਆਂ ਸੀ। ਇਹ ਸਾਰੀਆਂ ਚੀਜ਼ਾਂ ਸਾਡੇ ਆਸ-ਪਾਸ ਵਾਪਰਦੀਆਂ ਰਹਿੰਦੀਆਂ ਨੇ। ਫਿਰ ਅਗਲੀ ਚੀਜ਼ ਇਹ ਹੈ ਕਿ ਜਿਹੜਾ ਇੱਕ ਟੀਨ ਏਜ ਦਾ ਪਿਆਰ ਹੁੰਦਾ ਉਹ ਸੀਰੀਅਸਲੀ ਬਲਾਈਂਡ ਹੁੰਦਾ, ਉਹ ਬਹੁਤ ਜ਼ਿਆਦਾ ਬਲਾਈਂਡ ਫੇਥ ਕਰ ਲੈਂਦੇ ਹਨ ਟੀਨ ਏਜ ਦੇ ਵਿੱਚ। ਜ਼ਰੂਰੀ ਨਹੀਂ ਕਿ ਸਿਰਫ ਬਾਹਰ ਵਾਲਾ ਮਸਲਾ ਹੀ, ਇੱਧਰ ਰਹਿੰਦੇ ਹੋਏ ਵੀ ਬਹੁਤ ਜ਼ਿਆਦਾ ਧੋਖੇ ਹੁੰਦੇ ਨੇ ਹਨਾ। ਸੋ ਉਹ ਸਾਰੀਆਂ ਚੀਜ਼ਾਂ ਦਾ ਮਿਕਸ ਹੈ ਇਹ ਜੋ ਅਸੀਂ ਹਰ ਰੋਜ਼ ਸੁਣਦੇ ਆ, ਸਾਡੇ ਆਸ-ਪਾਸ ਵਾਪਰਦੀਆਂ ਨੇ। ਆਲੇ ਦੁਆਲੇ ਸੁਣ ਲੈਂਦੇ ਆ ਕਿ ਸਾਡਾ ਬ੍ਰੇਕਅਪ ਹੋ ਗਿਆ, ਇਦਾਂ ਹੋ ਗਿਆ, ਉੱਥੋਂ ਹੀ ਚੀਜ਼ਾਂ ਨਿਕਲ ਜਾਂਦੀਆਂ ਨੇ ਹਨਾ, ਉੱਥੋਂ ਹੀ ਚੀਜ਼ਾਂ ਨਿਕਲ ਜਾਂਦੀਆਂ ਨੇ। ਔਰ ਦੂਸਰੇ ਨੰਬਰ ਤੇ ਇਹ ਇੱਕ ਚੈਲੰਜ ਵੀ ਸੀਗਾ ਕਿ ਇੰਨੀ ਜਨਰਲ ਸਟੋਰੀ ਦੇ ਉੱਪਰ ਇੱਕ ਐਸੀ ਫਿਲਮ ਬਣਾਉਣੀ ਕਿ ਜਿਹੜੀ ਲੋਕਾਂ ਨੂੰ ਬੰਨ ਕੇ ਰੱਖੇ। ਇਹ ਚੈਲੰਜ ਵੀ ਸੀਗਾ ਤੇ ਸਵਾਦ ਵੀ ਇਸੇ ਚੀਜ਼ ਸੀਗਾ ਜੀ ਕਿ ਬਹੁਤ ਵੱਡਾ ਟਵਿਸਟ ਨਾ ਹੋ ਕੇ ਵੀ ਛੋਟੇ ਛੋਟੇ ਟਵਿਸਟਾਂ ਦੇ ਨਾਲ ਤੁਸੀਂ ਕਿੱਦਾਂ ਹੈਂਗ ਕਰਕੇ ਰੱਖਦੇ ਹੋ ਲੋਕਾਂ ਜੀ। ਸੋ ਅੱਗੇ ਮੈਂ ਤੁਹਾਡੇ ਤੋਂ ਨਾ ਇੱਕ ਸਵਾਲ ਪੁੱਛਣਾ ਜ਼ਰੂਰ ਚਾਹਾਂਗੀ ਕਿ ਜਿੱਦਾਂ ਨਾ ਮੈਂ ਸੁਣਿਆ ਵਨ ਆਫ ਦਾ ਡਾਇਰੈਕਟਰ ਹੈਗੇ ਨੇ ਪੰਜਾਬੀ ਇੰਡਸਟਰੀ ਦੇ, ਉਹਨਾਂ ਨੇ ਕਿਹਾ ਕਿ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਪੰਜਾਬੀ ਇੰਡਸਟਰੀ ਦੀ ਕਿ ਇੱਥੇ ਪ੍ਰੀ ਪ੍ਰੋਡਕਸ਼ਨ ਨਹੀਂ ਹੁੰਦੀ ਹੈ। ਪ੍ਰੀ ਪ੍ਰੋਡਕਸ਼ਨ ਨਹੀਂ ਹੁੰਦੀ ਹੈ, ਪ੍ਰੀ ਪ੍ਰੋਡਕਸ਼ਨ ਤੋਂ ਬਿਨਾਂ ਹੀ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਜਾਂਦੀਆਂ ਨੇ। ਤੁਸੀਂ ਇਸ ਸਟੇਟਮੈਂਟ ਤੋਂ ਕਿੰਨਾ ਕੁ ਐਗਰੀ ਕਰਦੇ ਹੋ? ਦੋਨੋਂ ਚੀਜ਼ਾਂ ਹੀ ਨੇ, ਹੁੰਦੀ ਵੀ ਹੈ ਤੇ ਨਹੀਂ ਵੀ ਹੁੰਦੀ। ਮਤਲਬ ਪ੍ਰੀ ਪ੍ਰੋਡਕਸ਼ਨ ਦਾ ਬਹੁਤ ਜ਼ਿਆਦਾ ਹੋਣਾ, ਉਹਦੇ 'ਚ ਵੀ ਮਤਲਬ ਦੋ ਤਿੰਨ ਚੀਜ਼ਾਂ ਨੇ ਅੱਗੇ। ਇੱਕ ਤਾਂ ਬਜਟ, ਕਿ ਤੁਹਾਡਾ ਬਜਟ ਕੀ ਹੈ। ਹਾਲਾਂਕਿ ਜੇ ਤੁਸੀਂ ਪ੍ਰੀ ਪ੍ਰੋਡਕਸ਼ਨ ਨਹੀਂ ਕਰਦੇ ਤਾਂ ਕਈ ਵਾਰੀ ਜਿੰਨਾ ਤੁਹਾਡਾ ਬਜਟ ਲੱਗਿਆ ਹੁੰਦਾ ਉਹ ਸਾਰੇ ਦਾ ਸਾਰਾ ਵੇਸਟ ਹੋ ਜਾਂਦਾ। ਦੂਸਰੀ ਚੀਜ਼ ਕੀ ਹੈ ਕਿ ਕਈ ਵਾਰੀ ਕੁਝ ਪ੍ਰੋਡਿਊਸਰਜ਼ ਇਸ ਤਰੀਕੇ ਦੇ ਨਾਲ ਆਉਂਦੇ ਨੇ ਕਿ ਜਿਹੜੇ ਉਨੇ ਜ਼ਿਆਦਾ ਪ੍ਰੋਫੈਸ਼ਨਲ ਨਹੀਂ ਹੁੰਦੇ। ਪ੍ਰੀ ਪ੍ਰੋਡਕਸ਼ਨ ਫਿਲਮ ਦੀ ਉਦੋਂ ਸਟਾਰਟ ਹੋਊਗੀ ਜਦੋਂ ਤੁਸੀਂ ਫਿਲਮ ਦੀ ਸਟਾਰ ਕਾਸਟ ਨੂੰ, ਫਿਲਮ ਦੇ ਡਾਇਰੈਕਟਰ ਨੂੰ, ਫਿਲਮ ਦੇ ਰਾਈਟਰ ਨੂੰ ਸਾਈਨਿੰਗ ਅਮਾਊਂਟਸ ਦੇਤੀਆਂ। ਜਦੋਂ ਤੁਸੀਂ ਸਾਈਨਿੰਗ ਅਮਾਊਂਟਸ ਦੇਤੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਅੱਛਾ ਯਾਰ ਹਜੇ 2 ਮਹੀਨੇ ਫਿਲਮ ਦੀ ਤਿਆਰੀ ਵਾਸਤੇ ਲੱਗਣਗੇ, ਫਿਰ 2 ਮਹੀਨੇ ਫਿਲਮ ਦੀ ਸ਼ੂਟਿੰਗ ਤੇ ਲੱਗਣਗੇ, ਫਿਰ 3 ਮਹੀਨੇ ਫਿਲਮ ਦੀ ਪੋਸਟ ਨੂੰ ਲੱਗਣਗੇ, ਫਿਰ ਕੋਈ ਡੇਟ ਅਨਾਉਂਸ ਹੋਊਗੀ ਕਿ ਸਾਡਾ ਪੈਸਾ ਤਾਂ 1 ਸਾਲ ਵਾਸਤੇ ਬਲੌਕ ਹੋ ਜਾਊਗਾ। ਨਹੀਂ ਯਾਰ, ਐ ਨਹੀਂ 5-10 ਦਿਨਾਂ ਦੇ ਵਿੱਚ ਕਰਕੇ ਕੰਮ ਖਤਮ ਕਰੋ ਤੇ ਸ਼ੂਟਿੰਗ ਸਟਾਰਟ ਕਰੋ ਜਲਦੀ। ਫਿਰ ਕਈ ਵਾਰੀ ਕੁਝ ਸਟਾਰਸ ਇੱਦਾਂ ਹੁੰਦੇ ਆ ਕਿ ਜਿਨ੍ਹਾਂ ਦੀਆਂ ਡੇਟਸ ਬਹੁਤ ਜ਼ਿਆਦਾ ਉਲਝੀਆਂ ਹੁੰਦੀਆਂ ਨੇ, ਉਹ ਕਹਿੰਦੇ ਜੀ ਸਾਡੇ ਕੋਲੇ ਆਹੀ ਟਾਈਮ ਹੈ, ਇਹਦੇ 'ਚ ਤੁਸੀਂ ਕਰ ਸਕਦੇ ਹੋ ਤਾਂ ਕਰ ਲਓ। ਸੋ ਹਲੇ ਉਸ ਤਰੀਕੇ ਨਾਲ ਪ੍ਰੀ ਪ੍ਰੋਡਕਸ਼ਨ ਨਹੀਂ ਹੁੰਦੀ ਜਿਹੜੀ ਪ੍ਰੀ ਪ੍ਰੋਡਕਸ਼ਨ ਦੀ ਡਿਮਾਂਡ ਹੈ, ਕਿਉਂਕਿ ਸਾਡੇ ਬਹੁਤ ਜਲਦੀ ਦੇ ਵਿੱਚ ਚੀਜ਼ਾਂ ਕਰਨੀਆਂ ਪੈਂਦੀਆਂ ਨੇ। ਤੁਸੀਂ ਯਕੀਨ ਨਹੀਂ ਮੰਨੋਗੇ ਕਿ ਪਲੀਜ਼ ਕਿਲ ਮੀ ਦੀ ਵੀ ਜਿਹੜੀ ਪ੍ਰੀ ਪ੍ਰੋਡਕਸ਼ਨ ਹੈ ਉਹ ਸਾਰੀ ਮਤਲਬ 7-8 ਦਿਨ ਦੀ ਪ੍ਰੀ ਪ੍ਰੋਡਕਸ਼ਨ ਹੈ। ਉਸੇ 7-8 ਦਿਨ ਦੇ ਵਿੱਚ ਇਹਦਾ ਸਕਰੀਨ ਪਲੇ ਲਿਖਿਆ ਗਿਆ, ਉਸੇ 7-8 ਦਿਨ ਦੇ ਵਿੱਚ ਲੋਕੇਸ਼ਨਸ ਦੇਖੀਆਂ ਗਈਆਂ, ਉਸੇ 7-8 ਦਿਨ ਦੇ ਵਿੱਚ
ਸਾਰੀ ਮਤਲਬ ਸਭ ਕੁਛ ਕੀਤਾ ਕਾਸਟਿੰਗ ਕੀਤੀ ਗਈ, ਸਾਰਾ ਕੁਝ ਕੀਤਾ ਗਿਆ ਜੀ। ਸੋ ਪ੍ਰੀ ਪ੍ਰੋਡਕਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ, ਜੇ ਤੁਸੀਂ ਚੀਜ਼ਾਂ ਪਰਫੈਕਟਲੀ ਕਹਿਣੀਆਂ ਨੇ ਤਾਂ। ਜੀ। ਸੋ ਅੱਜ ਕੱਲ੍ਹ ਨਾ ਡਿਜੀਟਲ ਦਾ ਜ਼ਮਾਨਾ ਹੈ, ਡਿਜੀਟਲ ਟੈਕਨੋਲੋਜੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਸੋ ਵਾਟ ਡੂ ਯੂ ਥਿੰਕ ਕਿ ਜਿਹੜੀ ਡਿਜੀਟਲ ਟੈਕਨੋਲੋਜੀ ਹੈ ਇੱਕ ਓਪਰਚੁਨਿਟੀ ਹੈ ਜਾਂ ਫਿਰ ਇੱਕ ਥ੍ਰੈਟ ਹੈ? ਮਤਲਬ ਕਿਸ ਤਰ੍ਹਾਂ ਡਿਜੀਟਲ ਟੈਕਨੋਲੋਜੀ ਜੇ ਅਸੀਂ ਪਾਉਂਦੇ ਹਾਂ ਕੋਈ ਵੀ ਫਿਲਮ ਮੇਕਿੰਗ ਦੇ ਵਿੱਚ, ਸੋ ਡਿਜੀਟਲ ਟੈਕਨੋਲੋਜੀ ਇਸ ਸਮੇਂ ਸਾਡੇ ਲਈ ਇੱਕ ਵਧੀਆ ਓਪਰਚੁਨਿਟੀ ਬਣ ਗਈ ਹੈ ਜਾਂ ਕਿਤੇ ਨਾ ਕਿਤੇ ਇਸ ਦਾ ਸਾਨੂੰ ਨੁਕਸਾਨ ਹੈ? ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਜਿਹਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ ਜਾਂ ਸਹੀ ਤਰੀਕੇ ਨਾਲ ਦੇਖਿਆ ਜਾਵੇ ਤਾਂ ਓਪਰਚੁਨਿਟੀ ਹੈ। ਕਿਉਂਕਿ ਜੇ ਅੱਜ ਪਲੀਜ਼ ਕਿਲ ਮੀ ਤੁਹਾਡੇ ਸਾਹਮਣੇ ਆਈ ਹੈ ਤਾਂ ਉਹ ਡਿਜੀਟਲ ਦਾ ਕਰਕੇ ਹੀ ਆਈ ਹੈ ਨਾ, ਸਿਨੇਮੇ 'ਚੋਂ ਫਿਲਮ ਨਹੀਂ ਆਈ। ਔਰ ਜੇ ਡਿਜੀਟਲ ਟੈਕਨੋਲੋਜੀ ਇੰਨੀ ਨਾ ਆਈ ਹੁੰਦੀ ਤਾਂ ਮੇਬੀ ਕਦੇ ਪਲੀਜ਼ ਕਿਲ ਮੀ ਬਣਦੀ ਨਾ, ਹੈ ਨਾ। ਕਿਉਂਕਿ ਸਿਨੇਮੇ ਵਾਸਤੇ ਹਲੇ ਸਾਡੇ ਹੋਰ ਫਿਲਮਾਂ ਬਣ ਰਹੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਂਡ ਚੇਂਜ ਹੋਊਗਾ, ਹੋ ਵੀ ਜਾਣਾ। ਸੋ ਉਹ ਹਲੇ ਆਉਣ ਵਾਲੇ ਸਮੇਂ 'ਚ ਹੋਊਗਾ ਜੀ। ਨਾਲੋਂ ਨਾਲ ਇਹਦਾ ਨੁਕਸਾਨ ਇਹ ਹੈ ਕਿ ਸਾਡੀ ਫਿਲਮ ਰਿਲੀਜ਼ ਬਾਅਦ 'ਚ ਹੁੰਦੀ ਹੈ ਤੇ ਉਹਦੀ ਪਾਇਰੇਸੀ ਪਹਿਲਾਂ ਆ ਜਾਂਦੀ ਹੈ, ਉਹਦੀ ਪਾਇਰੇਸੀ ਪਹਿਲਾਂ ਆ ਜਾਂਦੀ ਹੈ। ਸੋ ਜਦੋਂ ਪਾਇਰੇਸੀ ਇਸ ਲੈਵਲ ਤੇ ਹੁੰਦੀ ਹੈ ਤਾਂ ਕਦੇ ਨਾ ਕਦੇ ਸਾਨੂੰ ਵੀ ਇਹ ਡਰ ਲੱਗਣ ਲੱਗ ਜਾਂਦਾ ਕਿ ਯਾਰ ਹੌਲੀ ਹੌਲੀ ਕਰਕੇ ਕਿਤੇ ਸਾਡਾ ਸਿਨੇਮਾ, ਸਾਡੀਆਂ ਸਾਰੀਆਂ ਚੀਜ਼ਾਂ ਕਿਤੇ ਖਤਮ ਤਾਂ ਨਹੀਂ ਹੋ ਜਾਣਗੀਆਂ। ਕਿਉਂਕਿ ਜਦੋਂ ਸਾਰੀਆਂ ਚੀਜ਼ਾਂ ਲੋਕ ਪਾਇਰੇਟਡ ਦੇਖਣਗੇ ਤਾਂ ਉਸ ਤੋਂ ਬਾਅਦ ਪੈਸੇ ਲਾਉਣ ਵਾਲਾ ਬੰਦਾ ਕੌਣ ਆਊਗਾ? ਇੱਕ ਇਹ ਚੀਜ਼ ਹੈ। ਇੱਕ ਸੈਕੰਡ ਚੀਜ਼ ਹੋਰ ਹੈ ਕਿ ਡਿਜੀਟਲ ਦੇ ਆਉਣ ਨਾਲ ਮਤਲਬ ਤੁਹਾਨੂੰ ਗੱਲ ਕਹਿਣ ਦੇ ਬਹੁਤ ਸਾਰਾ ਪਲੇਟਫਾਰਮ ਮਿਲੇ ਨੇ, ਇਹ ਹੋਇਆ। ਸੋ ਫਿਲਮ ਬਣਾਉਣੀ ਸੌਖੀ ਹੋ ਗਈ ਹੈ ਡਿਜੀਟਲ ਦੇ ਆਉਣ ਨਾਲ, ਇਹ ਚੀਜ਼ ਹੈ। ਨਾਲੋਂ ਨਾਲ ਇੱਕ ਇਹ ਚੀਜ਼ ਵੀ ਹੈ ਕਿ ਡਿਜੀਟਲ ਦੇ ਆਉਣ ਨਾਲ, ਜੇ ਮੈਂ ਸਪੈਸ਼ਲੀ ਫਿਲਮ ਮੇਕਿੰਗ ਦੀ ਗੱਲ ਕਰਾਂ ਤਾਂ ਲੋਕਾਂ ਦੀ ਜਿਹੜੀ ਪਰਫੈਕਸ਼ਨ ਹੈ ਉਹ ਬਹੁਤ ਜ਼ਿਆਦਾ ਘਟੀ ਹੈ। ਅੱਛਾ। ਉਹ ਬਹੁਤ ਜ਼ਿਆਦਾ ਘਟੀ ਹੈ ਕਿਉਂਕਿ ਪਹਿਲਾਂ ਜਦੋਂ ਨੈਗੇਟਿਵ ਤੇ ਫਿਲਮਾਂ ਬਣਦੀਆਂ ਸੀ ਤਾਂ ਉਦੋਂ ਐਕਟਰ ਵੀ ਪ੍ਰੋਪਰ ਉਹ ਲਏ ਜਾਂਦੇ ਸੀਗੇ, ਬਹੁਤ ਜ਼ਿਆਦਾ ਆਡੀਸ਼ਨ ਲੈ ਕੇ, ਕਿਉਂਕਿ ਜਿਹੜਾ ਉਹਦੇ 'ਚ ਇੱਕ ਰੋਲ ਘੁੰਮਦਾ ਸੀ ਉਹ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਸੀਗਾ ਕਿ ਜੇ ਐਕਟਰ ਨੇ 3-4 ਰੀਟੇਕ ਵੀ ਲੈ ਲਏ ਤਾਂ 3-4 ਰੀਟੇਕ ਉਹਦੇ 10-12 ਹਜ਼ਾਰ 'ਚ ਪੈ ਜਾਣੇ ਆ। ਹੁਣ ਡਿਜੀਟਲ ਦੇ ਵਿੱਚ ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ। ਡਿਜੀਟਲ ਦੇ ਵਿੱਚ ਤਾਂ ਕਈ ਵਾਰੀ ਸਾਨੂੰ ਇਹ ਵੀ ਕਹਿ ਦਿੱਤਾ ਜਾਂਦਾ ਵੀ ਲੈ ਲਓ ਯਾਰ, ਇਹਨੂੰ ਲੈ ਲਓ, ਤੁਸੀਂ ਕਰਾਈ ਲਓਗੇ ਐਕਟਿੰਗ ਤਾਂ। ਜਦੋਂ ਪਹਿਲਾਂ ਨੈਗੇਟਿਵ ਤੇ ਫਿਲਮਾਂ ਸ਼ੂਟ ਹੁੰਦੀਆਂ ਸੀ ਉਦੋਂ ਇਹ ਰਿਸਕ ਨਹੀਂ ਸੀ ਲਿਆ ਜਾਂਦਾ। ਸੋ ਉਦੋਂ ਜਿਹੜੇ ਸੱਚਮੁੱਚ ਐਕਟਰ ਹੁੰਦੇ ਸੀ ਉਹਨਾਂ ਨੂੰ ਹੀ ਕੰਮ ਮਿਲਦਾ ਸੀ, ਹੈ ਨਾ। ਸੋ ਉਸੇ ਤਰ੍ਹਾਂ ਹੀ ਜਿਹੜੇ ਡਾਇਰੈਕਟਰਸ ਵੀ ਸੀਗੇ ਕਿ ਡਾਇਰੈਕਟਰ ਕੋਲੇ ਵੀ ਇਹ ਚਾਂਸ ਨਹੀਂ ਸੀ ਹੁੰਦਾ ਕਿ ਤੁਸੀਂ ਇੱਧਰੋਂ ਵੀ ਸ਼ਾਟ ਲੈ ਲਓ, ਇੱਧਰੋਂ ਵੀ ਲੈ ਲਓ, ਇੱਥੋਂ ਵੀ ਲੈ ਲਓ, ਇੱਥੋਂ ਵੀ ਲੈ ਲਓ, ਕਿ 40-50 ਸ਼ਾਟ ਤੁਸੀਂ ਇੱਕ ਸੀਨ ਦੇ ਲੈ ਕੇ ਐਡੀਟਰ ਨੂੰ ਦੇਤੇ ਤੇ ਹੁਣ ਐਡੀਟਰ ਆਪਣੇ ਆਪ ਬਣਾ ਲੂਗਾ। ਉਹਦੇ ਨਾਲ ਵੀ ਟਾਈਮ ਤਾਂ ਵੇਸਟ ਹੁੰਦਾ ਹੀ ਹੈ ਨਾ। ਸੋ ਜਦੋਂ ਨੈਗੇਟਿਵ ਤੇ ਫਿਲਮਾਂ ਸ਼ੂਟ ਹੁੰਦੀਆਂ ਸੀ ਉਦੋਂ ਇਹ ਨਹੀਂ ਸੀ ਹੁੰਦਾ, ਉਦੋਂ ਪ੍ਰੋਪਰ ਮਾਰਕ ਕੀਤਾ ਹੁੰਦਾ ਸੀ ਕਿ ਆਹ ਮੈਂ ਸਿਰਫ ਇਸ ਐਂਗਲ ਤੋਂ ਹੀ ਲੈਣਾ, ਆਹ ਡਾਇਲੋਗ ਵਾਈਡ ਤੋਂ ਹੀ ਲੈਣਾ। ਸੋ ਉਹਦੇ ਨਾਲ ਕਿਤੇ ਨਾ ਕਿਤੇ ਪਰਫੈਕਸ਼ਨ ਵੀ ਘਟੀ ਹੈ, ਮੌਕੇ ਵੀ ਉਹਨੇ ਵੱਧ ਸਾਨੂੰ ਦਿੱਤੇ ਨੇ, ਬਟ ਉਹਦਾ ਜਿਹੜਾ ਮਿਸਯੂਜ਼ ਹੈ ਉਹਦੇ ਨਾਲ ਪਰਫੈਕਸ਼ਨ ਵੀ ਘਟਦੀ ਹੈ ਤੇ ਉਹਦੇ ਨਾਲ ਲਾਸ ਵੀ ਹੁੰਦੇ ਆ। ਸੋ ਉਹ ਇੱਕ ਥ੍ਰੈਟ ਬਣ ਕੇ ਹੀ ਆ ਜਾਂਦਾ ਜੀ। ਸੋ ਰਾਈਟ ਨਾਓ ਕਿੰਨਾ ਕੁ ਜ਼ਰੂਰੀ ਹੋ ਗਿਆ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਇੱਕ ਡਾਇਰੈਕਟਰ ਨੂੰ ਓਰੀਜਨਲ ਜਾਂ ਫਿਰ ਫਰੈਸ਼ ਹੋਣਾ ਚਾਹੀਦਾ ਜਾਂ ਫਿਰ ਉਸਨੂੰ ਉਸ ਕਲਾਸਿਕ ਸਿਨੇਮਾ ਦੈਟ ਕਹਿ ਸਕਦੇ ਹਾਂ ਆਪਾਂ ਸੇਫ ਸਿਨੇਮਾ ਸਟਾਈਲ ਦੇ ਵਿੱਚ ਹੀ ਸਟਿਕ ਰਹਿਣਾ ਚਾਹੀਦਾ ਹੈ? ਤੁਹਾਨੂੰ ਕੀ ਲੱਗਦਾ ਕਿ ਹਜੇ ਕਿੰਨਾ ਇੰਪੋਰਟੈਂਟ ਹੋ ਗਿਆ ਕਿ ਅਸੀਂ ਕਿਹਨੂੰ ਚੂਜ਼ ਕਰੀਏ? ਨਹੀਂ, ਮੇਰੇ ਖਿਆਲ ਦੇ ਵਿੱਚ ਹੁਣ ਤਾਂ ਸਮਾਂ ਇਹ ਆ ਗਿਆ ਕਿ ਤੁਹਾਨੂੰ ਓਰੀਜਨਲ ਹੋਣਾ ਪਊਗਾ, ਓਰੀਜਨਲ ਹੀ ਹੋਣਾ ਪਊਗਾ। ਕਿਉਂਕਿ ਹੁਣ ਕਿਤੇ ਨਾ ਕਿਤੇ ਆਡੀਅנס ਨੂੰ ਵੀ ਉਹ ਚੀਜ਼ਾਂ, ਜਿਹੜੇ ਪੁਰਾਣੇ ਫਿਲਮਾਂ ਦੇ ਸਟਾਈਲ ਜਿਹੜੇ ਚੱਲਦੇ ਨੇ, ਜਿਹੜੀਆਂ ਸਪੈਸ਼ਲੀ ਫਾਰਮੂਲਾ ਬੇਸਡ ਫਿਲਮਾਂ ਨੇ, ਹੁਣ ਕਿਤੇ ਨਾ ਕਿਤੇ ਦਰਸ਼ਕ ਵੀ ਉਹਨਾਂ ਤੋਂ ਬੋਰ ਹੋਣਾ ਸ਼ੁਰੂ ਹੋ ਗਿਆ। ਸੋ ਹੁਣ ਤੁਹਾਨੂੰ ਓਰੀਜਨਲ ਹੀ ਹੋਣਾ ਪਊਗਾ, ਓਰੀਜਨਲ ਕੰਟੈਂਟ ਦੇਣਾ ਪਊਗਾ। ਤੁਹਾਡੇ ਆਸ-ਪਾਸ ਦਾ, ਤੁਹਾਡੇ ਖਿੱਤੇ ਦਾ, ਉਹ ਜਿੰਨੀਆਂ ਤੁਸੀਂ ਰੀਅਲ ਚੀਜ਼ਾਂ ਲੋਕਾਂ ਦੇ ਸਾਹਮਣੇ ਲੈ ਕੇ ਆਵੋਗੇ, ਰੀਅਲ ਚੀਜ਼ਾਂ ਵੀ ਤੇ ਰੀਅਲ ਤਰੀਕੇ ਦੇ ਨਾਲ, ਜਿਹੜੇ ਪੁਰਾਣੀ ਜਿਹੜੀ ਟੇਕਿੰਗ ਤੇ ਮੇਕਿੰਗ ਵੀ ਹੈਗੀ ਹੈ ਉਹ ਵੀ ਹੁਣ ਤੁਹਾਨੂੰ ਛੱਡ ਕੇ ਉਸ ਤੋਂ ਵੀ ਤੁਹਾਨੂੰ ਅੱਗੇ ਹੁਣ ਆਉਣਾ ਪਊਗਾ। ਜੀ। ਸੋ ਹੁਣ ਜ਼ਰੂਰ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਿ ਜ਼ਿੰਦਗੀ ਜ਼ਿੰਦਾਬਾਦ ਦਾ ਸਟੇਟਸ ਕੀ ਹੈ, ਕਿ ਕਦੋਂ ਤੱਕ ਰਿਲੀਜ਼ ਹੋ ਸਕਦੀ ਹੈ? ਆਈ ਗੈਸ 2019 ਦੇ ਵਿੱਚ ਰਿਲੀਜ਼ ਹੋਣੀ ਸੀ ਨਾ, ਕਿਉਂਕਿ ਐਵਰੀਵਨ ਲਾਈਕ ਮਿੰਟੂ ਗੁਰਸਰੀਆ ਦੀ ਸਟੋਰੀ ਹਰ ਕੋਈ ਜਾਣਨਾ ਚਾਹੁੰਦਾ ਹੈ। ਸੋ ਤੁਸੀਂ ਕਿੰਨਾ ਮਤਲਬ ਦੱਸੋਗੇ ਕਿ ਕਦੋਂ ਤੱਕ ਰਿਲੀਜ਼ ਹੋ ਸਕਦੀ ਹੈ? ਨਹੀਂ, ਉਹ ਰਿਲੀਜ਼ ਵਾਸਤੇ ਤਾਂ 2019 ਚ ਹੀ ਰੈਡੀ ਸੀਗੀ। ਸੋ ਫਿਲਮ ਤਾਂ ਉਦੋਂ ਦੀ ਹੀ ਉਹ ਤਿਆਰ ਪਈ ਹੋਈ ਹੈ। ਸੋ ਉਦੋਂ ਕੁਝ ਚੀਜ਼ਾਂ ਹੋ ਗਈਆਂ ਸੀ ਜਿਹਦੇ ਕਰਕੇ ਸਾਨੂੰ ਪੋਸਟਪੋਨ ਕਰਨੀ ਪਈ ਸੀ, ਫਿਰ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ। ਸੋ ਹੁਣ ਸਾਨੂੰ ਇਹ ਹੈ ਕਿ ਜਦੋਂ ਇੰਨੀ ਦੇਰ ਵੇਟ ਕੀਤੀ ਹੈ
ਤਾਂ ਹਲੇ ਵੀ ਸਿਨੇਮਾ 'ਚ 50% ਆਕੂਪੈਂਸੀ ਦੇ ਨਾਲ ਖੁੱਲੇ ਹੋਏ ਨੇ ਕਿ ਹੁਣ ਸਿਨੇਮਾ ਚੰਗੇ ਤਰੀਕੇ ਨਾਲ ਓਪਨ ਹੋ ਲੈਣ ਦੀਏ। ਜਦੋਂ ਵੇਟ ਤਾਂ ਅਸੀਂ ਕੀਤੀ ਹੈ ਕਿਉਂਕਿ ਜ਼ਿੰਦਗੀ ਜ਼ਿੰਦਾਬਾਦ ਹੈ ਜਿਹੜਾ ਉਹ ਇੱਕ ਇਦਾਂ ਦਾ ਕੰਟੈਂਟ ਹੈ ਕਿ ਜਿਹੜਾ ਹਾਲੇ ਤੱਕ ਪੁਰਾਣਾ ਨਹੀਂ ਹੋਇਆ ਤੇ ਆਉਣ ਵਾਲੇ 5-7 ਸਾਲ ਤੱਕ ਵੀ ਉਹਨੇ ਪੁਰਾਣਾ ਨਹੀਂ ਹੋਣਾ। ਉਹਦੇ ਪਿੱਛੇ ਇੱਕ ਰੀਜ਼ਨ ਹੈ। ਰੀਜ਼ਨ ਇਹ ਹੈ ਕਿ ਮੈਨੂੰ ਹੁਣ ਕਿਤੇ ਦੇਖਣ ਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ ਜ਼ਿੰਦਾਬਾਦ ਜੇ 2019 ਚ ਰਿਲੀਜ਼ ਹੁੰਦੀ ਤਾਂ ਸ਼ਾਇਦ ਉਨਾ ਵੱਡਾ ਨਾ ਕਰ ਪਾਉਂਦੀ ਜੋ ਅੱਜ ਦੇ ਸਮੇਂ 'ਚ ਰਿਲੀਜ਼ ਹੋਊਗੀ ਜਿੰਨਾ ਹੁਣ ਕਰੂਗੀ। ਬਿਕੋਜ਼ ਕੀ ਹੈ ਕਿ ਉਹ ਫਿਲਮ ਨੂੰ ਮੈਂ ਆਹੀ ਜਿਹੜੀ ਤੁਸੀਂ ਗੱਲ ਕੀਤੀ ਸੀ ਪਿੱਛੇ ਕਿ ਸਾਨੂੰ ਓਰੀਜਨਲ ਹੋਣਾ ਪਊਗਾ ਕਿ ਸਾਨੂੰ ਜਿਹੜਾ ਉਹੀ ਕਲਾਸਿਕ ਚੀਜ਼ਾਂ ਚੱਲਦੀਆਂ ਨੇ, ਉਹ ਬਿਲਕੁਲ ਲੀਕ ਤੋਂ ਹਟਵੀਂ ਫਿਲਮ ਹੈ। ਲੀਕ ਤੋਂ ਹਟਵੀਂ ਸਟੋਰੀ ਵਾਈਜ਼ ਨਹੀਂ, ਕਿਸੇ ਚੀਜ਼ ਵਾਈਜ਼ ਨਹੀਂ, ਮੇਕਿੰਗ ਵਾਈਜ਼ ਉਹਨੂੰ ਮੈਂ ਇੰਨਾ ਕੁ ਜ਼ਿਆਦਾ ਰੀਅਲ ਤੇ ਨੈਚੁਰਲ ਰੱਖਿਆ ਹੋਇਆ ਕਿ ਉਦੋਂ ਸ਼ਾਇਦ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਇਹ ਤਾਂ ਫਿਲਮ ਹੀ ਨਹੀਂ। ਬਟ ਹੁਣ ਲੋਕਾਂ ਨੇ ਲੋਕਡਾਊਨ ਦੇ ਵਿੱਚ ਨੈਟਫਲਿਕਸ ਤੇ ਐਮਾਜ਼ੋਨ ਤੇ ਵਰਲਡ ਸਿਨੇਮੇ ਦਾ ਇੰਨੀਆਂ ਸਾਰੀਆਂ ਚੀਜ਼ਾਂ ਦੇਖ ਲਈਆਂ ਜਿਹੜੀਆਂ ਵਰਲਡ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਨੇ। ਸੋ ਹੁਣ ਉਹ ਫਿਲਮ ਲੋਕਾਂ ਨੂੰ ਬਹੁਤ ਜ਼ਿਆਦਾ ਨਵੀਂ ਤੇ ਬਹੁਤ ਅੱਛੀ ਲੱਗੂਗੀ। ਹੁਣ ਆਡੀਅנס ਐਕਸੈਪਟੇਬਲ ਹੋ ਗਈ ਹੈ ਇੰਨੀਆਂ ਰੀਅਲ ਚੀਜ਼ਾਂ ਵਾਸਤੇ। ਜੀ ਸੋ ਲਾਸਟਲੀ ਮੈਂ ਤੁਹਾਨੂੰ ਇੱਕ ਜ਼ਰੂਰ ਸਵਾਲ ਪੁੱਛਣਾ ਚਾਹਾਂਗੀ ਕਿ ਆਪਾਂ ਦੇਖਿਆ IMDb ਵੀ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ ਇੱਕ ਜੋ ਫੀਲਡ ਦੇ ਵਿੱਚ, ਸਿਨੇਮਾ ਦੀ ਫੀਲਡ ਦੇ ਵਿੱਚ ਹੈ। ਜਦੋਂ ਅਸੀਂ ਵੀ ਤੁਹਾਡੀ IMDb ਖੋਲਦੇ ਹਾਂ ਤਾਂ ਉੱਥੇ 8.8 ਰੇਟਿੰਗਸ ਦਿੱਤੀਆਂ ਹੋਈਆਂ ਨੇ। ਸੋ ਹਾਊ ਮਚ ਡੂ ਯੂ ਬਿਲੀਵ ਇਨ ਇਟ ਕਿ IMDb ਰੇਟਿੰਗਸ ਜੋ ਹੈ ਸਾਡੇ ਕੈਰੀਅਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ? ਹਾਂਜੀ ਬਿਲਕੁਲ ਰੱਖਦੀ ਹੈ ਕਿਉਂਕਿ ਕਿਸੇ ਨੇ ਵੀ ਤੁਹਾਨੂੰ ਜਦੋਂ ਸਰਚ ਕਰਨਾ ਹੈ ਤਾਂ ਉਹਨੇ ਸਭ ਤੋਂ ਪਹਿਲਾਂ ਤੁਹਾਡੀ IMDb ਹੀ ਦੇਖਣੀ ਹੈ ਔਰ ਉਸ ਤੋਂ ਬਾਅਦ ਉਹਨੇ ਤੁਹਾਡੀਆਂ ਜਿਹੜੀਆਂ ਮੂਵੀਜ਼ ਨੇ ਉਹਨਾਂ ਦੀ IMDb ਦੇਖਣੀ ਹੈ ਕਿ ਕਿਹੜੀ ਫਿਲਮ ਕੀ ਕਰ ਰਹੀ ਹੈ ਕਿ ਕਿੱਦਾਂ ਦਾ ਉਹਦਾ ਮਿਆਰ ਹੈ। ਤੇ ਹਾਲਾਂਕਿ ਇਹ ਹੈ ਕਿ IMDb ਦੀ ਵੀ ਇੱਕ ਚੀਜ਼ ਇਹ ਖੜੀ ਹੁੰਦੀ ਹੈ ਕਿ ਉਹਦੇ ਤੇ VOTING ਹੋਈ ਕਿੰਨੀ ਹੈ। ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਸਾਡੀਆਂ ਕਈ ਫਿਲਮਾਂ ਨੇ ਜਿਨ੍ਹਾਂ ਦੀ IMDb ਰੇਟਿੰਗ 9 ਹੈ, 8.9 ਹੈ, ਬਟ ਜਦੋਂ ਤੁਸੀਂ IMDb ਦੀਆਂ ਟੌਪ 100 ਮੂਵੀਜ਼ ਦੇਖਦੇ ਹੋ, ਜਿਹੜੀਆਂ ਉਹ ਟੌਪ 100 ਮੂਵੀਜ਼ ਨੇ ਉਹ 9 ਦੀ ਰੇਟਿੰਗ ਤੋਂ ਲੈ ਕੇ ਜਾਂ 9.5 ਦੀ ਰੇਟਿੰਗ ਤੋਂ ਲੈ ਕੇ 7.5 ਦੀ ਰੇਟਿੰਗ ਦੇ ਵਿੱਚ ਆਉਂਦੀਆਂ ਨੇ, ਹੈ ਨਾ। ਬਟ ਸਾਡੀਆਂ ਜਿਹੜੀਆਂ ਮੂਵੀਜ਼ 8.8 ਦੀ ਰੇਟਿੰਗ ਵਾਲੀਆਂ ਵੀ ਨੇ ਉਹ IMDb ਦੀ 100 ਵਾਲੀ ਲਿਸਟ 'ਚ ਨਹੀਂ ਹੁੰਦੀਆਂ। ਸੋ ਉਹਦਾ ਰੀਜ਼ਨ ਇੱਕ ਇਹ ਹੈ ਕਿ VOTING ਕਿੰਨੇ ਲੋਕਾਂ ਨੇ ਕੀਤੀ ਹੋਈ ਹੈ। ਜੀ ਸੋ ਔਰ ਦੂਸਰੇ ਨੰਬਰ ਤੇ ਇੱਕ ਚੀਜ਼ ਇਹ ਵੀ ਹੈ, ਸਾਡੇ ਪੰਜਾਬੀ ਫਿਲਮਾਂ ਦੀ VOTING ਇਸ ਕਰਕੇ ਘੱਟ ਹੁੰਦੀ ਹੈ ਕਿ ਸਾਡੀ ਜਿਹੜੀ ਆਡੀਅנס ਹੈ ਉਹ ਹੈਗੀ ਹੈ ਸਿਰਫ ਪੰਜਾਬ ਦੀ। ਸੋ ਪੰਜਾਬ ਦੇ ਬਹੁਤ ਸਾਰੀ ਆਡੀਅנס ਨੂੰ IMDb ਬਾਰੇ ਨਹੀਂ ਪਤਾ। ਸਾਡੇ ਤਾਂ ਬਹੁਤ ਮਤਲਬ ਫਿਲਮ ਇੰਡਸਟਰੀ ਦੇ ਬੰਦੇ ਵੀ IMDb ਤੇ ਜਾ ਕੇ ਆਪਦੀ ਫਿਲਮ ਦੀ ਵੀ ਰੇਟਿੰਗ ਨਹੀਂ ਕਰਦੇ ਅਸੀਂ, ਹੈ ਨਾ। ਸੋ ਇਸ ਕਰਕੇ ਸਾਡੀ VOTING ਥੋੜੀ ਜਿਹੀ ਘੱਟ ਹੁੰਦੀ ਹੈ। ਪੰਜਾਬੀ ਇੰਡਸਟਰੀ ਨੂੰ ਮੈਨੂੰ ਲੱਗਦਾ ਇਸ ਚੀਜ਼ ਤੇ ਵੀ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਮੇਲ ਕਰਨਾ ਹੈ ਦੂਜਿਆਂ ਦੇ ਨਾਲ ਤੇ ਇਹ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਹ ਪੰਜਾਬੀ ਇੰਡਸਟਰੀ ਨੂੰ ਵੀ ਐਕਟਿਵ ਹੋਣਾ ਜ਼ਰੂਰੀ ਹੈ, ਪੰਜਾਬੀ ਆਡੀਅנס ਨੂੰ ਵੀ ਐਕਟਿਵ ਹੋਣਾ ਜ਼ਰੂਰੀ ਹੈ ਕਿ ਤੁਸੀਂ ਜੋ ਤੁਹਾਨੂੰ ਦਿਲੋਂ ਲੱਗਿਆ ਤੁਸੀਂ ਸਹੀ ਤਰੀਕੇ ਨਾਲ ਆਪਦੀ ਉਹਦੇ ਤੇ ਰੇਟਿੰਗ ਦਿਓ ਤਾਂ ਕਿ ਫਿਲਮਾਂ ਬਣਾਉਣ ਵਾਲਿਆਂ ਨੂੰ ਵੀ ਹੌਸਲਾ ਮਿਲੇ। ਸੋ ਜਿਨ੍ਹਾਂ ਨੇ ਕੁਝ ਚੰਗਾ ਨਹੀਂ ਬਣਾਇਆ ਉਹਨਾਂ ਨੂੰ ਵੀ ਪਤਾ ਚੱਲੇ, ਉਹ ਅਗਲੀ ਵਾਰੀ ਹੋਰ ਮਿਹਨਤ ਕਰਕੇ ਉਹਨੂੰ ਸਾਰੀਆਂ ਚੀਜ਼ਾਂ ਵਾਸਤੇ ਜ਼ਰੂਰੀ ਹੈ। ਜੀ ਸੋ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਐਂਡ ਇਟ ਵਾਸ ਲਾਈਕ ਲਵਲੀ ਮੀਟਿੰਗ ਯੂ ਐਂਡ ਟਾਕਿੰਗ ਟੂ ਯੂ ਐਂਡ ਆਈ ਹੋਪ ਕਿ ਅੱਗੇ ਜਾ ਕੇ ਸਾਨੂੰ ਹੋਰ ਵਧੀਆ ਪ੍ਰੋਜੈਕਟਸ ਦੇਖਣ ਨੂੰ ਮਿਲਣ ਕਿ ਜਿਸ ਤਰ੍ਹਾਂ ਦਾ ਹੁਣ ਕਨਸੈਪਟ ਦੇਖਣ ਨੂੰ ਮਿਲ ਰਿਹਾ ਅੱਗੇ ਜਾ ਕੇ ਵੀ ਮਿਲੇ। ਸੋ ਤੁਸੀਂ ਆਡੀਅנס ਨੂੰ ਕੁਝ ਕਹਿਣਾ ਚਾਹੋਗੇ? ਹਾਂਜੀ, ਫਿਲਹਾਲ ਤਾਂ ਮੈਂ ਆਡੀਅנס ਨੂੰ ਇਹੀ ਕਹਿਣਾ ਚਾਹੂੰਗਾ, ਇੱਕ ਰਿਕੁਐਸਟ ਹੈ ਕਿ ਅਸੀਂ ਪਾਇਰੇਸੀ ਬੰਦ ਕਰੀਏ, ਪਾਇਰੇਟਡ ਫਿਲਮਾਂ ਨਾ ਦੇਖੀਏ। ਸੋ ਜਿਹੜੇ ਪਲੇਟਫਾਰਮ ਤੇ ਉਹ ਫਿਲਮ ਆਈ ਹੈ ਉਹਦੀ ਸਬਸਕ੍ਰਿਪਸ਼ਨ ਲਈਏ, ਸਬਸਕ੍ਰਿਪਸ਼ਨ ਲੈ ਕੇ ਫਿਲਮ ਦੇਖੀਏ। ਜਿਹੜੀ ਫਿਲਮ ਸਿਨੇਮੇ 'ਚ ਰਿਲੀਜ਼ ਹੋਈ ਹੈ ਉਹਨੂੰ ਅਸੀਂ ਟਰਾਈ ਕਰੀਏ ਕਿ ਉਹ ਸਿਨੇਮੇ 'ਚ ਜਾ ਕੇ ਦੇਖੀਏ। ਜੇ ਸਿਨੇਮੇ 'ਚ ਨਹੀਂ ਦੇਖ ਸਕਦੇ ਤਾਂ ਅਸੀਂ ਵੇਟ ਕਰੀਏ ਕਿ ਉਹ 2-4 ਮਹੀਨਿਆਂ ਦੇ ਵਿੱਚ ਕਿਸੇ OTT ਪਲੇਟਫਾਰਮ ਤੇ ਆਊਗੀ, ਫਿਰ ਉੱਥੇ ਜਾ ਕੇ ਅਸੀਂ ਦੇਖੀਏ ਤਾਂ ਕਿ ਪ੍ਰੋਡਿਊਸਰ ਨੂੰ ਵੀ ਉਹਨੇ ਜਿਹੜੇ ਪੈਸੇ ਲਾਏ ਨੇ ਉਹ ਉਹਦੇ ਪੂਰੇ ਹੋਣ ਤਾਂ ਕਿ ਅਸੀਂ ਅੱਗੇ ਤੋਂ ਚੰਗਾ ਕੰਟੈਂਟ ਬਣਾਉਂਦੇ ਰਹੀਏ। ਜੀ ਥੈਂਕ ਯੂ ਸੋ ਮਚ ਤੁਹਾਡਾ। ਤੇ ਇਸ ਦੇ ਨਾਲ ਹੀ ਅਸੀਂ ਗੱਲ ਕੀਤੀ ਹੈ ਡਾਇਰੈਕਟਰ ਪ੍ਰੇਮ ਸਿੰਘ ਸਿੱਧੂ ਜੀ ਦੇ ਨਾਲ ਤੇ ਤੁਸੀਂ ਦੇਖਦੇ ਰਹੋ ਕੈਂਟ ਪੰਜਾਬ।